गुरु राम भास गुण गुरु अर्जन बिघनन के बिघनन के हर गोबिंद शुभ मत पर श्री हरु राय नमो कर जोरी नमो कर जोरी श्री हर कृष्ण मनाओ बहोरी तेग बहादुर परम कृपाला सतगुर परम कृपाला श्री गुरु गोबिंद सिंह बेसाला तरों तरा पर पुन पुन सीसा जी पुन पुन सीसा बंदो बार बार जगदीसा एकंकार सतगुरु देह प्रसाद सच होए वाहे गुरु जी की फतेह है बिघन बिनाशन सोए जिसमें अमृत ज्ञान है मानक भगत वैराग गुरु ग्रंथ साहिब उदद बंदों कर अनुराग गुरु ग्रंथ साहिब उदद बंदों कर अनुराग। सतनाम श्री वाहिगुरु साहिब जी दोहरा इस बिद हर गोविंद गुरु करत बिलास उलास दासन के हर त्रास को दें आपन परवास। वाहिगुरु जी का खालसा वाहिगुरु जी की फतेह। हाजरा हजूर जहरा जहूर सर्व कला भरपूर सतगुरु चबर छतर तखत दे माल गुरुदेव धन धन श्री गुरु ग्रंथ साहिब जी महाराज जी की पवित्र हजूरी अंदर जुड़ बैठी गुरु की साजी और नवाजी हुई गुरु का खास रूप गुरु खालसा साध संगत जीओ धनता दे पात्र हो के पंचमी दे महीना वारी जोड़ मेल मनाउंदियां महाराज जी की पवित्र हजूरी च हाजरियां भर के अपने जीवन दीयां घड़ियां गुरु लेखे ला के सफलियां कर रहे। अमृत वेले तो महाराज जी दे दीवान सजे हुए ने निरंतर एक रस हरि जस होया। ढाडी सिंघां ने कवीशर सिंघां ने सतगुरां दी वडियाई गाई है। गुरु के कीर्तनीय सिंघां ने साहिब दी बाणी दा अमृतमई कीर्तन कीता है। बेअंत गुरु घर दे प्रचारकां ने महाराज जी दे पावन चरनां विच हाजरियां भरियां हन। ये वेला सतगुरां दे इस पवित्र स्थान की मर्यादा अनुसार कथा का वेला है। सतगुरां की अमृतमई गुरबाणी की कथा की यह मर्यादा गुर इतिहास की कथा की यह मर्यादा गुरु काल तो खुद सतगुरु सच्चे पातशाह जी महाराज जी ने आप चलाई। अमृत वेले अमृतमई गुरबाणी की कथा होनी पिछले पैर सोदर की चौंकी तो पहला सतगुरां दे इतिहास की कथा होनी। धन गुरु अंगद देव साहब जी ने मर्यादा गुरुद्वारा मल अखाड़ा साहब विखे बन्नी।
ਸੰਧਿਆ ਸਮੇਂ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਜਨਮ ਸਾਖੀ ਦੀ ਕਥਾ ਹੋਣੀ। ਭਾਈ ਬਾਲਾ ਜੀ ਨੇ ਕਥਾ ਕਰਨੀ। ਉਹੀ ਨਿਤਨੇਮ ਉਸੇ ਤਰ੍ਹਾਂ ਮਹਾਰਾਜ ਜੀ ਵੱਲੋਂ ਚਲਾਇਆ ਗੁਰੂ ਘਰਾਂ ਵਿੱਚ ਸਤਿਗੁਰਾਂ ਦੇ ਅਸਥਾਨਾਂ ਤੇ ਚੱਲ ਰਿਹਾ ਹੈ। ਜਿਤਨੇ ਵੀ ਗੁਰੂ ਘਰ ਹਨ, ਚਾਹੇ ਉਹ ਇਤਿਹਾਸਕ ਹੋਣ ਚਾਹੇ ਇਤਿਹਾਸਕ ਨਾ ਹੋਣ, ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਯਤਨ ਕਰਨਾ ਚਾਹੀਦਾ ਹੈ ਕਿ ਉੱਥੇ ਗੁਰਬਾਣੀ ਦਾ ਕੀਰਤਨ ਤੇ ਕਥਾ ਜ਼ਰੂਰ ਹੋਵੇ। ਬਿਨਾਂ ਕੀਰਤਨ ਤੇ ਬਿਨਾਂ ਕਥਾ ਤੋਂ ਸੋਝੀ ਨਹੀਂ ਆਉਣੀ, ਗੁਰਮਤਿ ਦੀ ਜਾਚ ਨਹੀਂ ਆਉਣੀ। ਅਸੀਂ ਵੱਡੇ ਵੱਡੇ ਮਹਾਰਾਜ ਜੀ ਦੇ ਦਰਬਾਰ ਬਣਾਉਂਦੇ ਹਾਂ, ਬਣਾਉਣੇ ਵੀ ਚਾਹੀਦੇ ਨੇ, ਪਰ ਉਹਨਾਂ ਵੱਡਿਆਂ ਦਰਬਾਰਾਂ ਵਿੱਚ, ਗੁਰੂ ਘਰਾਂ ਵਿੱਚ ਕੀਰਤਨ ਤੇ ਕਥਾ ਦਾ ਪ੍ਰਭਾਵ ਪ੍ਰਬੰਧਕ ਜਨਾਂ ਨੂੰ ਜ਼ਰੂਰ ਚਲਾਉਣਾ ਚਾਹੀਦਾ। ਤੇ ਸੰਗਤ ਵੀ ਉਹ ਮਹੱਲਿਆਂ ਦੀਆਂ ਸੰਗਤਾਂ, ਜਿੱਥੇ ਗੁਰੂ ਘਰ ਨੇ, ਨਗਰਾਂ ਦੀਆਂ ਸੰਗਤਾਂ, ਜਦੋਂ ਕਥਾ ਹੋਵੇ, ਕੀਰਤਨ ਹੋਵੇ, ਉਸ ਵੇਲੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਹਾਜ਼ਰ ਹੋਣ। ਇਹ ਸਮੇਂ ਦੀ ਲੋੜ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜਿੱਥੇ ਵੀ ਸੰਸਾਰ 'ਚ ਗਏ ਨੇ, ਧਰਮਸ਼ਾਲਾ ਦੀ ਸਥਾਪਤੀ ਦਾ ਹੁਕਮ ਕੀਤਾ, ਗੁਰੂ ਘਰ ਬਣਾਓ। ਔਰ ਗੁਰੂ ਘਰ ਆਪ ਵੀ ਕਈ ਨਗਰਾਂ ਵਿੱਚ ਸਤਿਗੁਰਾਂ ਜੀ ਨੇ ਕੋਲ ਰਹਿ ਕੇ ਬਣਵਾਏ, ਤੇ ਨਾਲੇ ਹੁਕਮ ਕੀਤਾ ਕਥਾ ਕੀਰਤਨ ਦਾ ਪ੍ਰਵਾਹ ਚਲਾਓ ਤੇ ਲੰਗਰ ਚਲਾਓ। ਗੁਰ ਸ਼ਬਦ ਦਾ ਲੰਗਰ ਵੀ ਚੱਲੇ, ਅੰਨ ਪਾਣੀ ਦਾ ਲੰਗਰ ਵੀ ਚੱਲੇ। ਧੰਨ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰਦੇਵ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸ਼ਿਕਾਰ ਤੇ ਚੜ੍ਹੇ ਨੇ, ਗੁਰੂ ਕੀ ਬਡਾਲੀ ਨਗਰ 'ਚ ਆਏ ਨੇ। ਆਪਣੇ ਪ੍ਰਕਾਸ਼ ਸਥਾਨ ਤੇ ਪਾਤਸ਼ਾਹ ਨੇ ਹਾਜ਼ਰੀ ਭਰੀ। ਸਮਸਤ ਗੁਰੂ ਕੇ ਸਿੱਖਾਂ ਨੇ, ਸੰਗਤਾਂ ਨੇ ਸਤਿਗੁਰੂ ਜੀ ਦੇ ਪਵਿੱਤਰ ਪ੍ਰਕਾਸ਼ ਸਥਾਨ ਦੇ ਦਰਸ਼ਨ ਦਿਦਾਰੇ ਕੀਤੇ, ਨਮਸਕਾਰਾਂ ਕੀਤੀਆਂ, ਹਾਜ਼ਰੀਆਂ ਭਰੀਆਂ। ਸ਼ਾਮ ਦੇ ਸਮੇਂ ਮਹਾਰਾਜ ਜੀ ਸ਼ਿਕਾਰ ਤੇ ਚੜ੍ਹੇ। ਇੱਕ ਜ਼ਿਮੀਂਦਾਰ ਨੇ ਆਖਿਆ, ਮਹਾਰਾਜ ਜੀ ਇੱਕ ਬੜਾ ਭਿਆਨਕ ਜੰਗਲੀ ਸੂਰ ਹੈ ਜਿਹੜਾ ਖੇਤ ਉਜਾੜਦਾ, ਫਸਲ ਉਜਾੜਦਾ ਹੈ, ਕਿਸੇ ਦੇ ਕਾਬੂ ਨਹੀਂ ਆਉਂਦਾ। ਮਹਾਰਾਜ ਜੀ ਉਹਦਾ ਸ਼ਿਕਾਰ ਕਰਨ ਵਾਸਤੇ ਪਹੁੰਚੇ। ਪੈਂਦੇ ਖਾਂ ਨੇ ਯਤਨ ਕੀਤਾ ਸ਼ਿਕਾਰ ਕਰਨ ਦਾ, ਪਰ ਜ਼ਖਮੀ ਹੋ ਗਿਆ, ਨਹੀਂ ਕਰ ਸਕਿਆ, ਕਿਉਂਕਿ ਉਸ ਸੂਰ ਦੀ ਮੁਕਤੀ ਮਹਾਰਾਜ ਜੀ ਦੇ ਹੱਥੋਂ ਲਿਖੀ ਸੀ। ਸਤਿਗੁਰੂ ਜੀ ਨੇ ਆਪਣੀ ਤਲਵਾਰ ਨਾਲ, ਸ਼੍ਰੀ ਸਾਹਿਬ ਨਾਲ ਉਹਦਾ ਸ਼ਿਕਾਰ ਖੇਡ ਕੇ ਉਹਨੂੰ ਮੁਕਤੀ ਦਾ ਦਾਨ ਬਖਸ਼ ਕੇ ਨਿਵਾਜਿਆ। ਇਉਂ ਬੇਅੰਤ ਚੋਜ ਕਰਦਿਆਂ, ਸਿੱਖਾਂ ਕੋਲੋਂ ਸ਼ਸਤਰ ਵਿੱਦਿਆ ਦਾ ਅਭਿਆਸ ਕਰਦਿਆਂ ਕਰਾਉਂਦਿਆਂ ਵਡਾਲੀ ਨਗਰ ਤੋਂ ਮਹਾਰਾਜ ਜੀ ਵਾਪਸ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਹਨ। ਆਓ ਗੁਰਦੇਵ ਦੀ ਅੰਮ੍ਰਿਤਮਈ ਕਲਿਆਣਕਾਰੀ ਕਥਾ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ। ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ। ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ। ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਵੋ ਪਰਉਪਕਾਰੀ। ਮਹਾਨ ਸਤਿਗੁਰਾਂ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਦੋਹਰਾ ਇਸ ਬਿਦ ਹਰਿ ਗੋਬਿੰਦ ਗੁਰੂ ਕਰਤ ਬਿਲਾਸ ਉਲਾਸ। ਇਸ ਪ੍ਰਕਾਰ ਨਾਲ ਸਤਿਗੁਰੂ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਬੇਅੰਤ ਪ੍ਰਕਾਰ ਦੇ ਬਿਲਾਸ, ਬੇਅੰਤ ਪ੍ਰਕਾਰ ਦੇ ਕੌਤਕ ਕਰਦੇ ਹਨ। ਜੋ ਸਤਿਗੁਰਾਂ ਦੇ ਕੌਤਕ ਨੇ ਉਹ ਅਸਚਰਜ ਨੇ। ਮਹਾਂਪੁਰਖਾਂ ਦੇ ਬਿਲਾਸ ਹੁੰਦੇ ਆ ਖਾਲਸਾ ਜੀ।
ਅਸੀਂ ਇਸ ਸੰਸਾਰ ਦੇ ਵਿੱਚ ਆਪਣੇ ਕਰਮਾਂ ਦੇ ਬੰਧਨਾਂ ਵਿੱਚ ਬੰਨੇ ਹੋਏ ਕਰਮਾਂ ਦੇ ਭੋਗ ਭੋਗਦੇ ਹਾਂ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਪਾਰ ਬ੍ਰਹਮ ਪਰਮੇਸ਼ਰ ਨੇ ਉਹ ਇਹ ਸੰਸਾਰ ਵਿੱਚ ਵਰਤ ਕੇ ਜੋ ਕਰਕੇ ਗਏ ਨੇ ਉਹ ਬਿਲਾਸ ਨੇ। ਇਸੇ ਕਰਕੇ ਗੁਰੂ ਸਾਹਿਬਾਂ ਜੀ ਦੇ ਇਤਿਹਾਸ ਦੇ ਜਿਹੜੇ ਗ੍ਰੰਥ ਲਿਖੇ ਗਏ ਉਹ ਪਹਿਲਾਂ ਗੁਰਬਿਲਾਸ ਲਿਖੇ ਗਏ। ਛੇਵੇਂ ਪਾਤਸ਼ਾਹ ਜੀ ਦੇ ਇਤਿਹਾਸ ਦਾ ਇੱਕ ਗ੍ਰੰਥ ਹੈ ਜਿਹਨੂੰ ਗੁਰਬਿਲਾਸ ਪਾਤਸ਼ਾਹੀ ਛੇਵੀਂ ਕਹਿੰਦੇ। ਦਸਵੇਂ ਪਾਤਸ਼ਾਹ ਜੀ ਦੇ ਸਮਕਾਲੀ ਜਾਂ ਥੋੜਾ ਬਹੁਤੇ ਫਰਕ ਦੇ ਨਾਲ ਕੁਝ ਵਿਦਵਾਨ ਹੋਏ, ਕਵੀ ਸੁੱਖਾ ਸਿੰਘ ਜੀ, ਕਵੀ ਕੋਇਰ ਸਿੰਘ ਜੀ, ਉਹਨਾਂ ਨੇ ਦਸਵੇਂ ਪਾਤਸ਼ਾਹ ਦਾ ਇਤਿਹਾਸ ਲਿਖਿਆ ਤੇ ਉਸ ਪੁਸਤਕ ਦਾ, ਉਸ ਗ੍ਰੰਥ ਦਾ ਨਾਮ ਲਿਖਿਆ ਗੁਰਬਿਲਾਸ, ਕਿਉਂਕਿ ਸਤਿਗੁਰੂ ਜੀ ਬਿਲਾਸ ਕਰਦੇ ਸੰਸਾਰ 'ਚ। ਤੋ ਏਦਾਂ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਬੇਅੰਤ ਪ੍ਰਕਾਰ ਦੇ ਬਿਲਾਸ ਕੌਤਕ ਕਰਦੇ ਹਨ। ਦਾਸਨ ਕੇ ਹਰ ਤਰਾਸ ਕੋ ਦੈ ਆਪਨ ਪਰਵਾਸ। ਆਪਣਿਆਂ ਦਾਸਾਂ ਨੂੰ ਆਪਣਾ ਭਰੋਸਾ ਦੇ ਕੇ, ਆਪਣਾ ਧੀਰਜ ਦੇ ਕੇ, ਆਪਣਿਆਂ ਦਾਸਾਂ ਦੇ ਅੰਦਰ ਦਾ ਜਿਹੜਾ ਤਰਾਸ ਹੈ, ਡਰ ਹੈ, ਜੰਮਾਂ ਦਾ ਭੈ ਹੈ, ਉਹਨੂੰ ਮਹਾਰਾਜ ਜੀ ਦੂਰ ਕਰਦੇ ਹਨ। ਚੌਪਈ ਏਕ ਦਿਵਸ ਸ਼੍ਰੀ ਅੰਮ੍ਰਿਤਸਰ ਕੇ। ਇੱਕ ਦਿਨ ਦਾ ਬਚਨ ਹੈ ਕਿ ਸਤਿਗੁਰੂ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਵਿਚਰ ਰਹੇ ਨੇ ਪਰਕਰਮਾ ਵਿੱਚ। ਤਟ ਪਰ ਬੈਠੇ ਮੱਜਨ ਕਰਕੇ। ਦੁੱਖ ਭੰਜਨੀ ਬੇਰੀ ਥੱਲੇ ਅੰਮ੍ਰਿਤਸਰ ਸਰੋਵਰ 'ਚ ਮਹਾਰਾਜ ਛੇਵੇਂ ਪਾਤਸ਼ਾਹ ਨੇ ਇਸ਼ਨਾਨ ਕੀਤਾ, ਨਾਲ ਜਿੰਨੇ ਸਿੱਖ ਨੇ ਉਹਨਾਂ ਨੇ ਵੀ ਇਸ਼ਨਾਨ ਕੀਤਾ। ਇਸ਼ਨਾਨ ਕਰਕੇ ਵਸਤਰ ਸ਼ਸਤਰ ਧਾਰਨ ਕਰਕੇ ਮਹਾਰਾਜ ਜੀ ਉੱਥੇ ਹੀ ਬੈਠ ਗਏ ਪਰਕਰਮਾਂ 'ਚ। ਦਰਬਾਰ ਸਾਹਿਬ ਨਹੀਂ ਗਏ, ਉੱਥੇ ਸਾਹਮਣੇ ਜਿਵੇਂ ਆਨੰਦ ਲੈਣਾ, ਗੁਰਸਿੱਖਾਂ ਨਾਲ ਬਚਨ ਬਿਲਾਸ ਕਰਨੇ ਨੇ। ਦੁੱਖ ਭੰਜਨੀ ਬੇਰੀ ਦੇ ਪਾਸ ਹੀ ਜਿੱਥੇ 68 ਤੀਰਥ ਹੈ, ਇੱਥੇ ਮਹਾਰਾਜ ਜੀ ਸੱਜ ਗਏ ਤੇ ਸਿੱਖਾਂ ਦਾ ਦੀਵਾਨ ਇੱਥੇ ਹੀ ਸੱਜ ਗਿਆ। ਦੁੱਖ ਭੰਜਨ ਬਦਰੀ ਸਥਾਨ। ਜਿੱਥੇ ਦੁੱਖ ਭੰਜਨੀ ਬੇਰੀ ਹੈ, ਸਤਿਗੁਰਾਂ ਦੀ ਇਤਿਹਾਸਕ ਬੇਰੀ ਹੈ। ਸੁਭਾਟ ਮਸੰਦ ਸਿੱਖ ਤਹਿ ਆਨ। ਉੱਥੇ ਹੀ ਸਾਰੇ ਸੂਰਮੇ ਆ ਗਏ। ਮਹਾਰਾਜ ਜੀ ਬੈਠੇ ਸੀ ਆਨੰਦ ਵਿੱਚ। ਸਤਿਗੁਰਾਂ ਨੂੰ ਬੈਠਿਆਂ ਵੇਖ ਕੇ ਜਿੰਨੇ ਸਿੱਖ ਸੀ, ਗੁਰੂ ਘਰ ਦੇ ਮਸੰਦ ਸੀ, ਮਹਾਰਾਜ ਜੀ ਦੇ ਸਿਪਾਹੀ ਸਨ, ਉਹ ਸਾਰੇ ਇੱਥੇ ਹੀ ਹਾਜ਼ਰ ਹੋ ਗਏ। ਸਤਿਗੁਰ ਕੇ ਚਹੁ ਗਿਰਦ ਸੁਹਾਏ। ਮਹਾਰਾਜ ਛੇਵੇਂ ਪਾਤਸ਼ਾਹ ਦੇ ਚਾਰੇ ਪਾਸੇ ਸੰਗਤ ਦਾ, ਸਿੱਖਾਂ ਦਾ ਦੀਵਾਨ ਸਜ ਗਿਆ। ਜਥਾ ਚੰਦ ਪਰਵਾਰ ਨ ਪਾਏ। ਕਹਿੰਦੇ ਜਿਵੇਂ ਚੰਦਰਮਾ ਨੂੰ ਤਾਰੇ ਆਲੇ ਦੁਆਲਿਓਂ ਘੇਰਾ ਪਾ ਲੈਂਦੇ ਆ ਤੇ ਵਿੱਚ ਚੰਦਰਮਾ ਸ਼ੋਭਨੀਕ ਹੁੰਦਾ, ਇਸੇ ਤਰ੍ਹਾਂ ਸਤਿਗੁਰੂ ਜੀ ਦੇ ਚਾਰੇ ਪਾਸੇ ਬੇਅੰਤ ਗੁਰਸਿੱਖ ਤਾਰਿਆਂ ਵਾਂਗੂ ਸ਼ੋਭਨੀਕ ਹੋ ਰਹੇ ਹਨ। ਦੁੱਖ ਭੰਜਨ ਕੋ ਸਕਲ ਪ੍ਰਸੰਗ। ਬੈਠਿਆਂ ਬੈਠਿਆਂ ਚਰਚਾ ਚੱਲੀ ਤੇ ਦੁੱਖ ਭੰਜਨੀ ਬੇਰੀ ਦੀ ਕਥਾ ਚੱਲ ਪਈ ਕਿ ਜਿਹੜੀ ਦੁੱਖ ਭੰਜਨੀ ਬੇਰੀ ਹੈ ਇਹਦਾ ਇਤਿਹਾਸ ਕੀ ਹੈ, ਉਹ ਪ੍ਰਸੰਗ ਚੱਲ ਪਿਆ। ਭਾਨਾ ਬੂਝਤ ਭਾਗੁਰ ਸੰਗ। ਭਾਈ ਭਾਨਾ ਜੀ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੂੰ ਦੁੱਖ ਭੰਜਨੀ ਬੇਰੀ ਦਾ ਇਤਿਹਾਸ ਪੁੱਛਣ ਲੱਗੇ। ਇਹ ਨਹੀਂ ਸੀ ਕਿ ਭਾਈ ਭਾਨਾ ਜੀ ਨੂੰ ਪਤਾ ਨਹੀਂ ਸੀ। ਬੈਠ ਗਏ, ਪਰ ਸਤਿਗੁਰੂ ਜੀ ਦੁਬਾਰਾ ਦੱਸਣ ਤੇ ਹੋਰ ਰਸ ਬਣੇ, ਹੋਰ ਪ੍ਰੇਮ ਬਣੇ। ਭਾਈ ਭਾਨਾ ਜੀ ਨੇ ਦੁੱਖ ਭੰਜਨੀ ਬੇਰੀ ਦੇ ਪ੍ਰਸੰਗ ਬਾਬਤ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੂੰ ਪੁੱਛਿਆ। ਸ਼੍ਰੀ ਹਰਿਗੋਬਿੰਦ ਤਬ ਹੈ ਬਖਾਨਾ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼੍ਰੀ ਦੁੱਖ ਭੰਜਨੀ ਬੇਰੀ ਦਾ ਜਿਹੜਾ ਇਤਿਹਾਸ ਹੈ, ਪ੍ਰਸੰਗ ਹੈ, ਉਹ ਸਰਵਣ ਕਰਾਇਆ। ਇਸ ਬਦਰੀ ਤੇ ਤੀਰਥ ਜਾਨਾ। ਮਹਾਰਾਜ ਜੀ ਕਹਿਣ ਲੱਗੇ ਭਾਈ ਇਹ ਤੀਰਥ ਦੇ ਕਿਨਾਰੇ ਤੇ ਆ, ਇਹਦੇ ਕਰਕੇ ਸਤਿਗੁਰਾਂ ਦੇ ਤੀਰਥ ਦੀ ਹੋਰ ਮਹਿਮਾ ਪ੍ਰਗਟ ਹੋਈ। ਇਹ ਉਹ ਦੁੱਖ ਭੰਜਨੀ ਬੇਰੀ ਹੈ ਜਿਸ ਕਰਕੇ ਸਤਿਗੁਰੂ ਜੀ ਦੇ ਇਸ ਅੰਮ੍ਰਿਤ ਤਾਲ ਦੀ ਮਹਿਮਾ ਸੰਸਾਰ ਵਿੱਚ ਉਜਾਗਰ ਹੋਈ ਹੈ। ਕੁਛ ਚੌਥੇ ਸਤਿਗੁਰ ਕਰ ਗਏ। ਪਾਤਸ਼ਾਹ ਨੇ ਦੱਸਿਆ ਕਿ ਜਿਹੜਾ ਸਰੋਵਰ ਹੈ ਗੁਰੂ ਅਮਰਦਾਸ ਸਾਹਿਬ ਜੀ ਦੇ ਹੁਕਮ ਨਾਲ ਇਹਦੀ ਸੇਵਾ ਸਾਡੇ ਵੱਡਿਆਂ ਨੇ, ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ ਸ਼ੁਰੂ ਕੀਤੀ ਤੇ ਥੋੜੀ ਜੀ ਸੇਵਾ ਸਰੋਵਰ ਦੀ ਕੱਚੇ ਹੀ ਸਨ, ਸਰੋਵਰ ਪੱਕਾ ਨਹੀਂ ਸੀ ਹੋਇਆ।
ਥੋੜੀ ਜੀ ਖੁਦਾਈ ਹੋਈ ਸੀ ਸਰੋਵਰ ਦੀ। ਸ਼੍ਰੀ ਗੁਰ ਪੰਚਮ ਖੋਜਤ ਭਏ। ਸਾਡੇ ਪਿਤਾ ਗੁਰਦੇਵ ਜੀ ਨੇ ਫਿਰ ਇਸ ਅੰਮ੍ਰਿਤ ਤਾਲ ਦੀ ਸੇਵਾ ਆਰੰਭ ਕੀਤੀ, ਕਿਉਂਕਿ ਜਿਹੜਾ ਸਰੋਵਰ ਗੁਰੂ ਰਾਮਦਾਸ ਸਾਹਿਬ ਜੀ ਨੇ ਲਵਾਇਆ ਉਹ ਹਾਲੇ ਅਧੂਰਾ ਸੀ, ਕਿਉਂਕਿ ਸੰਪੂਰਨ ਨਹੀਂ ਸੀ ਹੋਇਆ। ਥੋੜੀ ਜਿਹੀ ਉਹਦੀ ਖੁਦਾਈ ਹੋਈ ਸੀ ਤੇ ਚੌਥੇ ਪਾਤਸ਼ਾਹ ਸੱਚਖੰਡ ਚਲੇ ਗਏ। ਸਾਡੇ ਪਿਤਾ ਜੀ ਨੇ ਇਸ ਸਥਾਨ ਦੀ ਭਾਲ ਕੀਤੀ। ਰਾਜ ਸੁਤਾ ਕੁਸ਼ਟੀ ਪਤ ਧਰਿਓ। ਇੱਥੇ ਪੱਟੀ ਦਾ ਇੱਕ ਰਾਜਾ ਸੀ ਜਿਹਦਾ ਨਾਂ ਸੀ ਦੁਨੀ ਚੰਦ। ਉਹਦੀ ਇੱਕ ਲੜਕੀ ਸੀ ਜਿਹਦਾ ਨਾਮ ਸੀ ਬੀਬੀ ਰਜਨੀ। ਮਹਾਰਾਜ ਜੀ ਦੱਸ ਰਹੇ ਨੇ ਸਾਰਾ ਪ੍ਰਸੰਗ ਕਿ ਉਹ ਜਿਹੜੀ ਬੀਬੀ ਰਜਨੀ ਹੈ ਉਹਨੇ ਜਾਣ ਬੁੱਝ ਕੇ ਪਿਓ ਨੇ ਆਪਣੀ ਧੀ ਨਾਲ ਈਰਖਾ ਕਰਦਿਆਂ ਨਗਰ ਦਾ ਇੱਕ ਕੋਹੜੀ ਸੀ, ਕੁਸ਼ਤੀ ਸੀ, ਉਹਦੇ ਸਰੀਰ ਤੇ ਕੋਹੜ ਪਿਆ, ਪਿੰਗਲਾ ਸੀ, ਉਹਦੇ ਨਾਲ ਵਿਆਹ ਦਿੱਤੀ। ਆਪ ਜਾਏ ਕਿਤ ਮੰਗਨ ਕਰਿਓ। ਉਹਨੇ ਆਪਣਾ ਕੁਸ਼ਤੀ ਪਤੀ ਪਤਵਰਤਾ ਧਰਮ ਦੀ ਪਾਲਣਾ ਕਰਦਿਆਂ ਉਹਦੀ ਸੇਵਾ ਕੀਤੀ। ਪਿੰਡ ਪਿੰਡ ਮੰਗਦੀ ਸੀ। ਉਹ ਚੱਲ ਕੇ ਇੱਥੇ ਆਈ ਤੇ ਆਪਣੇ ਪਤੀ ਦੀ ਜਿਹੜੀ ਖਾਰ ਸੀ ਉਹ ਇੱਥੇ ਧਰ ਕੇ ਲਾਗੇ ਤੁੰਗ ਪਿੰਡ ਹੈ, ਉੱਥੇ ਉਹ ਮੰਗਣ ਵਾਸਤੇ ਚਲੀ ਗਈ। ਬਾਇਸ ਕੋ ਪਿਖ ਕੁਸ਼ਤੀ ਗਿਰਿਓ। ਉਹ ਜਿਹੜਾ ਕੋਹੜੀ ਪਤੀ ਸੀ ਬੀਬੀ ਰਜਨੀ ਦਾ, ਉਹਨੇ ਇੱਕ ਅਸਚਰਜ ਕੌਤਕ ਵੇਖਿਆ। ਦੁਖ ਭੰਜਨੀ ਬੇਰੀ ਥੱਲੇ, ਇਸੇ ਬੇਰੀ ਥੱਲੇ ਸਰੋਵਰ 'ਚ ਜਲ ਸੀ। ਕੁਝ ਕਾਂ ਇਸ ਸਰੋਵਰ 'ਚ ਇਸ਼ਨਾਨ ਕਰਕੇ ਉੱਡਦੇ ਤੇ ਉਹ ਹੰਸ ਬਣ ਬਣ ਨਿਕਲਦੇ। ਕਾਲੇ ਰੰਗ ਦੇ ਕਾਂ ਸਰੋਵਰ 'ਚ ਪ੍ਰਵੇਸ਼ ਕਰਦੇ, ਉਹ ਹੰਸ ਬਣ ਕੇ ਅੰਮ੍ਰਿਤ ਸਰੋਵਰ 'ਚੋਂ ਬਾਹਰ ਨਿਕਲਦੇ। ਜਲ ਮੱਜਨ ਤੇ ਭਾ ਤਨ ਹਰਿਓ। ਉਹਨੇ ਵੇਖਿਆ ਕਿ ਇਹ ਤਾਂ ਕੋਈ ਮਹਾਨ ਸਥਾਨ ਹੈ। ਉਹ ਰਿੜਦਾ ਰਿੜਦਾ, ਸਰੀਰ ਤਾਂ ਉਹਦਾ ਹੱਥ ਪੈਰ ਕੰਮ ਨਹੀਂ ਸੀ ਕਰਦੇ, ਉਹਨੇ ਅੰਮ੍ਰਿਤਸਰ ਸਰੋਵਰ 'ਚ ਦੁਖ ਭੰਜਨੀ ਬੇਰੀ ਥੱਲੇ ਇਸ਼ਨਾਨ ਕੀਤਾ। ਆਏ ਪਿਖਿਓ ਪ੍ਰਤੀਤ ਨਾ ਧਰੈ। ਉਹਦਾ ਜਿੰਨਾ ਕੋੜ ਸੀ ਦੂਰ ਹੋ ਗਿਆ, ਹੱਥ ਪੈਰ ਜਿਹੜੇ ਝੜ ਗਏ ਸੀ ਕੋੜ ਨਾਲ ਸਾਬਤ ਹੋ ਗਏ। ਉਹਦੀ ਕਾਇਆ ਨਵੀਂ ਨਰੋਈ ਹੋ ਗਈ। ਜਦੋਂ ਰਜਨੀ ਵਾਪਸ ਆਈ, ਉਹਨੇ ਆ ਕੇ ਆਪਣਾ ਪਤੀ ਨਹੀਂ ਵੇਖਿਆ, ਉੱਥੇ ਖਾਰ ਦੇ ਵਿੱਚ ਪਿੰਗਲਾ ਨਹੀਂ ਸੀ, ਕਿਉਂਕਿ ਉਹ ਤਾਂ ਠੀਕ ਹੋ ਗਿਆ, ਪਛਾਣ 'ਚ ਨਹੀਂ ਸੀ ਆਉਂਦਾ। ਤੋ ਰਜਨੀ ਨੇ ਜਦੋਂ ਆ ਕੇ ਵੇਖਿਆ, ਅਪਰ ਪੁਰਖ ਇਹੋ ਸ਼ੰਕਾ ਕਰੈ। ਉਹਦੇ ਮਨ 'ਚ ਸੰਦੇਹ ਆਇਆ ਵੀ ਇਹਨੇ ਮੇਰੇ ਪਤੀ ਨੂੰ ਕਿਤੇ ਆਸੇ-ਪਾਸੇ ਕਰ ਦਿੱਤਾ, ਮੇਰੇ ਤੇ ਮਾੜੀ ਨਿਗਾਹ ਰੱਖਦਾ ਹੋਣਾ। ਉਹਨੇ ਹੋਰ ਪੁਰਖ ਉੱਥੇ ਵੇਖਿਆ। ਸ਼੍ਰੀ ਸਤਿਗੁਰ ਜੀ ਨਿਕਟ ਸਿਧਾਰੀ। ਉਹਨੇ ਬਥੇਰਾ ਦੱਸਿਆ ਕਿ ਮੈਂ ਤੇਰਾ ਪਤੀ ਹਾਂ, ਇਸ ਸਰੋਵਰ 'ਚ ਇਸ਼ਨਾਨ ਕਰਕੇ ਨਿਰੋਗ ਹੋ ਗਿਆ, ਪਰ ਉਹ ਨਾ ਮੰਨੇ। ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਕੋਲੇ ਮਸਲਾ ਪਹੁੰਚਿਆ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਫੇਰੇ ਫੈਸਲਾ ਕੀਤਾ। ਸਗਰੀ ਗਾਥਾ ਦੋਹੇ ਨਹੀਂ ਉਚਾਰੀ। ਦੋਹਾਂ ਨੇ ਆਪੋ ਆਪਣੀ ਗਾਥਾ ਸੁਣਾਈ। ਰਜਨੀ ਨੇ ਵੀ, ਪਿੰਗਲੇ ਨੇ ਵੀ ਆਪਣੀ ਗਾਥਾ ਸੁਣਾਈ। ਸੁਨ ਪ੍ਰਸੰਨ ਹੋਏ ਗੁਰ ਤਬ ਕਹਾ। ਮਹਾਰਾਜ ਜੀ ਨੇ ਪ੍ਰਸੰਨ ਹੋ ਕੇ ਪੰਜਵੇਂ ਪਾਤਸ਼ਾਹ ਜੀ ਨੇ ਬਚਨ ਕੀਤੇ, ਕਹਿਣ ਲੱਗੇ, ਤੇਰੋ ਪਤ ਇਹੋ ਕੁਸ਼ਟੀ ਆਹਾ। ਮਹਾਰਾਜ ਜੀ ਕਹਿੰਦੇ, ਰਜਨੀ ਪੁੱਤਰ ਇਹ ਤੇਰਾ ਹੀ ਪਤੀ ਹੈ, ਇਹ ਉਹੀ ਕੁਸ਼ਤੀ ਹੈ, ਬਿਲਕੁਲ ਸਹੀ ਕਹਿ ਰਿਹਾ। ਜੋ ਇਹਨੇ ਬਚਨ ਕਹੇ ਨੇ ਬਿਲਕੁਲ ਸਤ ਹਨ। ਚੱਲ ਹਮ ਕੋ ਸੋ ਥਾਨ ਦਿਖਾਵੋ। ਚਲੋ ਸਾਨੂੰ ਚੱਲ ਕੇ ਉਹ ਜਗ੍ਹਾ ਦੇ ਦਰਸ਼ਨ ਕਰਾਓ ਜਿੱਥੇ ਇਹ ਸਾਰੀ ਖੇਡ ਵਰਤੀ ਹੈ, ਜਿੱਥੇ ਪਿੰਗਲਾ ਨਿਰੋਆ ਹੋਇਆ। ਸਾਨੂੰ ਉਹ ਜਗ੍ਹਾ ਪੂਰਨ ਤੌਰ ਤੇ, ਕਿਉਂਕਿ ਬੇਰੀਆਂ ਹੀ ਬੇਰੀਆਂ ਸੀ ਆਲੇ ਦੁਆਲੇ, ਮਹਾਰਾਜ ਜੀ ਕਹਿੰਦੇ ਉਹ ਜਗ੍ਹਾ ਸਾਨੂੰ ਵਿਖਾਓ ਜਿੱਥੇ ਇਹ ਘਟਨਾ ਘਟੀ ਹੈ। ਮਨ ਬਾਛਤ ਪਰ ਹਮ ਤੇ ਪਾਵੋ। ਤੁਹਾਨੂੰ ਮਨ ਬਾਛਤ ਫਲ ਪ੍ਰਾਪਤ ਹੋਣਗੇ ਸਾਡੇ ਕੋਲੋਂ। ਆਏ ਸੰਗ ਲੈ ਗੁਰ ਕੋ ਇਹਾਂ। ਸਤਿਗੁਰੂ ਜੀ ਨੂੰ ਨਾਲ ਲੈ ਕੇ ਬੀਬੀ ਰਜਨੀ ਤੇ ਉਹਦਾ ਪਿੰਗਲਾ ਪਤੀ ਇਸ ਜਗ੍ਹਾ ਤੇ ਛੇਵੇਂ ਪਾਤਸ਼ਾਹ ਦੱਸ ਰਹੇ ਨੇ ਕਿ ਆਹ ਜਗ੍ਹਾ ਜਿਹੜੀ ਦੁਖ ਭੰਜਨੀ ਬੇਰੀ ਹੈ, ਇੱਥੇ ਲੈ ਕੇ ਆਏ। ਕਰਿਓ ਬਿਲੋਕਨ ਤੀਰਥ ਮਹਾ। ਮਹਾਰਾਜ ਜੀ ਨੇ ਵੇਖਿਆ ਕਿ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦਾ ਮਹਾਨ ਪਵਿੱਤਰ ਤੇ ਪ੍ਰਗਟ ਤੀਰਥ ਹੈ। ਬਦਰੀ ਕੋ ਦੁਖ ਭੰਜਨ ਨਾਮ। ਫਿਰ ਪੰਜਵੇਂ ਪਾਤਸ਼ਾਹ ਜੀ ਨੇ ਇਸ ਬੇਰੀ ਦਾ ਨਾਮਕਰਨ ਕੀਤਾ ਤੇ ਨਾਂ ਰੱਖਿਆ ਦੁਖ ਭੰਜਨੀ ਬੇਰੀ। ਇਹ ਨਾਮਕਰਨ ਜਿਹੜਾ ਇਸ ਬੇਰੀ ਦਾ ਹੋਇਆ, ਇਹ ਪੰਜਵੇਂ ਪਾਤਸ਼ਾਹ ਨੇ ਨਾਂ ਰੱਖਿਆ। ਮਹਾਰਾਜ ਜੀ ਨੇ ਆਖਿਆ ਇਹਦਾ ਦੁੱਖਾਂ ਨੂੰ ਭੰਨਣ ਵਾਲੀ ਹੋ ਗਈ ਬੇਰੀ,
ਇਹਦੇ ਥੱਲੇ ਇਸ਼ਨਾਨ ਕਰਕੇ ਇਹੋ ਜੀ ਕਲਾ ਵਰਤੀ ਹੈ। ਸ਼੍ਰੀ ਗੁਰ ਪਿਤ ਰਾਖਿਓ ਅਭਿਰਾਮ, ਸਾਡੇ ਪਿਤਾ ਗੁਰਦੇਵ ਜੀ ਨੇ ਆਪ ਖੁਦ ਇਸ ਬੇਰੀ ਦਾ ਨਾਮ ਰੱਖਿਆ ਦੁਖ ਭੰਜਨੀ ਬੇਰੀ। ਕਰਵਾਈ ਪਾਕੀ ਸੋਪਾਨ, ਇੱਥੋਂ ਹੀ ਮਹਾਰਾਜ ਜੀ ਨੇ ਫਿਰ ਸਰੋਵਰ ਦੇ ਪੱਕਿਆਂ ਕਰਾਉਣ ਦੀ ਸੇਵਾ ਆਰੰਭ ਕੀਤੀ। ਜਿਹੜੀ ਅੰਮ੍ਰਿਤਸਰ ਸਰੋਵਰ ਦੀ ਸੇਵਾ ਆਰੰਭੀ ਨਾ ਫਿਰ ਮਹਾਰਾਜ ਪੰਜਵੇਂ ਪਾਤਸ਼ਾਹ ਨੇ, ਖੁਦਾਈ ਸ਼ੁਰੂ ਹੋਈ, ਦੁਬਾਰਾ ਵੱਡਾ ਸਰੋਵਰ ਬਣਨਾ ਸੀ, ਉਹ ਇਸੇ ਜਗ੍ਹਾ ਤੇ ਅਰਦਾਸ ਕਰਕੇ ਮਹਾਰਾਜ ਜੀ ਨੇ ਸ਼ੁਰੂਆਤ ਕੀਤੀ ਤੇ ਸਰੋਵਰ ਦੀਆਂ ਪੌੜੀਆਂ ਪੱਕੀਆਂ ਕਰਾਈਆਂ। ਸ਼੍ਰੀ ਹਰਿਮੰਦਰ ਬੀਚ ਮਹਾਨ, ਔਰ ਅੰਮ੍ਰਿਤਸਰ ਸਰੋਵਰ ਦੇ ਅੰਦਰ ਅਕਾਲ ਪੁਰਖ ਜੀ ਦੇ ਹੁਕਮ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਰਚਨਾ ਕੀਤੀ। ਕੁਸ਼ਟ ਤ੍ਰਿਆ ਨੇ ਜਾਚਿਓ ਬਰ ਕੋ, ਉਹ ਜਿਹੜਾ ਪਿੰਗਲਾ ਸੀ ਔਰ ਉਹਦੀ ਘਰਵਾਲੀ ਰਜਨੀ, ਦੋਹਾਂ ਮੀਆਂ ਬੀਬੀ ਨੇ ਮਹਾਰਾਜ ਪੰਜਵੇਂ ਪਾਤਸ਼ਾਹ ਕੋਲੋਂ ਹੱਥ ਜੋੜ ਕੇ ਬਖਸ਼ਿਸ਼ ਮੰਗੀ। ਪ੍ਰਭ ਜੀ ਦੇਹੋ ਸਮਾਜ ਸਭ ਘਰ ਕੋ, ਕਹਿਣ ਲੱਗੇ ਮਹਾਰਾਜ ਅਸੀਂ ਰੁਲਦੇ ਫਿਰਦੇ ਹਾਂ, ਮੰਗ ਕੇ ਖਾਣ ਤੱਕ ਦਾ ਹੁਣ ਤੱਕ ਨੋਬਤ ਸੀ, ਪਰ ਮਹਾਰਾਜ ਪਹਿਲਾਂ ਤਾਂ ਕੋਈ ਤਰਸ ਕਰਕੇ ਦੇ ਦਿੰਦਾ ਸੀ ਵੀ ਪਤੀ ਪਿੰਗਲਾ, ਹੁਣ ਸਾਨੂੰ ਮਹਾਰਾਜ ਕੋਈ ਰਾਜ ਸਮਾਜ ਬਖਸ਼ੋ ਕਿ ਸਾਡੇ ਘਰ ਦੇ ਵਿੱਚ ਆਪਣਾ ਸਾਡਾ ਘਰ-ਬਾਰ ਹੋਵੇ, ਕਿਉਂਕਿ ਕੋਈ ਘਰ ਨਹੀਂ ਮਹਾਰਾਜ, ਨੀਲੇ ਆਕਾਸ਼ ਥੱਲੇ ਵਿਚਰਦੇ ਆਂ ਫਿਰਦੇ ਆਂ। ਮਹਾਰਾਜ ਤੁਸੀਂ ਨਘਰਿਆਂ ਨੂੰ ਘਰ ਬਖਸ਼ਣ ਵਾਲੇ ਹੋ, ਸਾਨੂੰ ਵੀ ਕੋਈ ਘਰ ਸਮਾਜ ਬਖਸ਼ੋ, ਰਹਿਣ ਬਸੇਰਾ ਬਖਸ਼ੋ, ਤਾਂ ਪੰਛੀਆਂ ਨੂੰ ਵੀ ਚਾਹੀਦਾ ਮਹਾਰਾਜ। ਹਾਂਜੀ, ਤਬ ਸਚ ਗੁਰ ਤ੍ਰਿਆ ਪਿਤਾ ਬੁਲਾਇਓ, ਮਹਾਰਾਜ ਜੀ ਨੇ ਉਸੇ ਵਕਤ ਹੁਕਮ ਭੇਜਿਆ, ਇਹਦੇ ਪਿਤਾ ਨੂੰ ਸੱਦਾ ਭੇਜਿਆ ਪੱਟੀ, ਕਿ ਇਹਦੇ ਪਿਤਾ ਨੂੰ ਦੁਨੀ ਚੰਦ ਨੂੰ ਬੁਲਾਓ। ਪੱਟੀਪੁਰ ਜਿਨ ਰਾਜ ਕਮਾਇਓ, ਉਹ ਪੱਟੀ ਨਗਰ ਸੀ, ਇੱਕ ਵੱਡਾ ਕਸਬਾ ਸੀ, ਉੱਥੋਂ ਦਾ ਸ਼ਾਹੂਕਾਰ ਸੀ, ਰਾਜ ਕਰਦਾ ਸੀ। ਨਿਕਟ ਬਿਠਾਏ ਪ੍ਰਸੰਗ ਸੁਣਾਵਾ, ਮਹਾਰਾਜ ਜੀ ਬਾਰੇ ਉਹ ਜਾਣਦਾ ਸੀ, ਸਤਿਗੁਰਾਂ ਕੋਲ ਪਹੁੰਚਿਆ, ਮਹਾਰਾਜ ਜੀ ਨੇ ਉਹਨੂੰ ਕੋਲ ਬਿਠਾਇਆ ਤੇ ਉਹਨੂੰ ਸਦ ਬੁੱਧੀ ਦਿੱਤੀ, ਉਹਨੂੰ ਪਾਤਸ਼ਾਹ ਜੀ ਨੇ ਸੁਮਤ ਪ੍ਰਦਾਨ ਕੀਤੀ। ਪਤ ਬ੍ਰਤ ਤੇਰੀ ਸੁਤਾ ਕਮਾਵਾ, ਮਹਾਰਾਜ ਜੀ ਕਹਿੰਦੇ ਦੁਨੀ ਚੰਦ ਤੇਰੀ ਧੀ ਨੇ ਪਤ ਵਰਤਾ ਧਰਮ ਦੀ ਪਾਲਣਾ ਕੀਤੀ, ਇਹ ਸਿਖਰ ਹੈ ਕਿ ਤੂੰ ਜਿਸ ਕੋੜੀ ਦੇ ਲੜ ਲਾਇਆ ਉਹਨੇ 7 ਬਚਨ ਕਹਿ ਕੇ ਉਹਨੂੰ ਪ੍ਰਵਾਨ ਕੀਤਾ। ਵੇਖ ਉਹਨੇ ਕਿੰਨੀ ਸੇਵਾ ਟਹਿਲ ਕੀਤੀ। ਇੱਥੇ ਗੁਰੂ ਸਾਹਿਬ ਦੀ ਖੇਡ ਵਰਤੀ ਆ, ਗੁਰੂ ਰਾਮਦਾਸ ਸਾਹਿਬ ਦੀ। ਉਹ ਕੋੜੀ ਉਹ ਪਿੰਗਲਾ ਬਿਲਕੁਲ ਨਿਰੋਆ ਹੋ ਗਿਆ। ਗੁਰੂ ਸਾਹਿਬ ਦੀ ਬਖਸ਼ਿਸ਼ ਇਹਨਾਂ ਦੋਨਾਂ ਜੀਆਂ ਤੇ ਹੋ ਗਈ ਹੈ। ਪਤ ਕੁਸ਼ਟੀ ਕੇ ਰਹਿ ਕਰ ਸੰਗ, ਕੋੜੀ ਪਤੀ ਦੇ ਨਾਲ ਇਹਨੇ ਦਿਨ ਰਾਤ ਆਪਣਾ ਸਮਾਂ ਬਤੀਤ ਕੀਤਾ ਜ਼ਿੰਦਗੀ ਦਾ। ਕਿੰਨੇ ਮਹੀਨੇ ਬੀਤ ਗਏ ਇਹਦੇ ਵਿਆਹ ਨੂੰ। ਦਿਨ ਰਾਤ ਆਪਣੇ ਕੋੜੀ ਪਤੀ, ਜਿਹਦੇ ਕੋਲ ਖਲੋਣਾ ਵੀ ਔਖਾ, ਮੁਸ਼ਕ ਆਉਂਦੀ ਸੀ, ਕੋਈ ਨੇੜੇ ਨਹੀਂ ਸੀ ਲੱਗਦਾ, ਨਗਰ ਦੇ ਨੇੜੇ ਨਹੀਂ ਸੀ ਕੋਈ ਇਹਨੂੰ ਲੈ ਕੇ ਜਾਣ ਦਿੰਦਾ। ਰਾਤ ਦਿਨ ਉਹਦੇ ਕੋਲ ਰਹਿ ਕੇ ਉਹਦੀ ਸੇਵਾ ਕੀਤੀ। ਅਬ ਇਹ ਭਇਓ ਰੋਗ ਬਿਨ ਅੰਗ, ਹੁਣ ਇਹ ਰੋਗ ਤੋਂ ਬਿਨਾਂ ਹੋ ਗਿਆ, ਅਰੋਗ ਹੋ ਗਿਆ। ਤੂੰ ਸੁਤਹੀਨ ਸੁਤਾ ਸੁਤ ਜਾਨ, ਕਿਉਂਕਿ ਇਹਦੇ ਕੋਲ ਕੇਵਲ ਲੜਕੀਆਂ ਹੀ ਲੜਕੀਆਂ ਸੀ, ਦੋਨੀ ਚੰਦ ਕੋਲ। ਮਹਾਰਾਜ ਜੀ ਕਹਿੰਦੇ ਤੇਰੇ ਅੱਗੇ ਪੁੱਤਰ ਕੋਈ ਨਹੀਂ, ਤੂੰ ਏਦਾਂ ਕਰੇ ਜਿਹੜੀ ਤੇਰੀ ਧੀ ਹੈ ਇਹਨੂੰ ਹੀ ਆਪਣਾ ਪੁੱਤਰ ਸਮਝ ਲੈ। ਵੇਖੋ ਸਤਿਗੁਰੂ ਸਮਾਨਤਾ ਬਖਸ਼ਦੇ। ਧੀਆਂ ਪੁੱਤਾਂ ਵਿੱਚ ਕਾਹਦਾ ਫਰਕ ਹੈ। ਪਾਤਸ਼ਾਹ ਕਹਿਣ ਲੱਗੇ ਇਹ ਤੇਰਾ ਪੋਤਾ, ਇਹਨੂੰ ਪੋਤੀ ਸਮਝ ਲੈ ਰਜਨੀ ਨੂੰ। ਹਾਂਜੀ, ਦੇਹੁ ਰਾਜ ਅਬ ਬਿਨ ਸਹਿ ਪ੍ਰਾਨ, ਇਹਨਾਂ ਨੂੰ ਘਰ ਲੈ ਜਾ, ਜਵਾਈ ਆਪਣੇ ਨੂੰ ਘਰ ਲੈ ਜਾ ਤੇ ਰਾਜ ਭਾਗ ਇਹਨਾਂ ਨੂੰ ਦੇ ਦੇ ਜਿਹੜਾ ਤੇਰੇ ਕੋਲ ਹੈ। ਨਾਲੇ ਤੇਰੀ ਸੇਵਾ ਕਰਨਗੇ, ਇਹ ਤੇਰੀ ਧੀ ਤੇਰਾ ਪੁੱਤ ਬਣ ਕੇ ਸੇਵਾ ਕਰੇਗੀ। ਰਾਜ ਭਾਗ ਤੂੰ ਅੱਗੇ ਵੀ ਕਿਸੇ ਨੂੰ ਦੇਣਾ ਹੀ ਹੈ ਨਾ, ਉਹ ਇਹਨਾਂ ਨੂੰ ਦੇ ਦੇ। ਭਇਓ ਬ੍ਰਿਧ ਤੁਮ ਬੈਸ ਬਿਹਾਈ, ਤੂੰ ਹੁਣ ਬੁੱਢਾ ਹੋ ਚੁੱਕਾ ਹੈ, ਉਮਰ ਤੇਰੀ ਬੀਤ ਚੁੱਕੀ ਹੈ। ਲੈ ਗਮਨਹੁ ਅਬ ਸੰਗ ਜਵਾਈ, ਆਪਣੇ ਇਸ ਜਵਾਈ ਨੂੰ, ਧੀ ਨੂੰ ਆਪਣੇ ਨਾਲ ਆਪਣੇ ਘਰ ਲੈ ਜਾ, ਇਹ ਹੁਣ ਤੇਰਾ ਆਸਰਾ ਬਣਨਗੇ ਬੁਢੇਪੇ ਦਾ। ਗੁਰ ਬਚ ਮਾਨਿਓ ਮ੍ਰਿਤ ਟਿਕ ਜਾਨੀ, ਉਹਨੇ ਵੇਖਿਆ ਗੁਰੂ ਸਾਹਿਬ ਦੇ ਬਚਨ ਜੋ ਪਾਤਸ਼ਾਹ ਕਹਿ ਰਹੇ ਨੇ ਸੱਤ ਨੇ। ਉਹਨੇ ਆਖਿਆ ਮਹਾਰਾਜ ਸਤ ਬਚਨ ਜਿਵੇਂ ਆਪ ਜੀ ਹੁਕਮ ਕਰਦੇ ਹੋ, ਮੇਰੇ ਕੋਲੋਂ ਵੀ ਇਹ ਭੁੱਲ ਹੋਈ, ਮੈਂ ਹੰਕਾਰ ਵਿੱਚ ਸੀ। ਆਪ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਕਿ ਆਪ ਜੀ ਨੇ ਮੈਨੂੰ ਸਦ ਬੁੱਧੀ ਪ੍ਰਦਾਨ ਕੀਤੀ ਹੈ। ਦੇਤ ਪਇਓ ਆਪਣੀ ਰਜਧਾਨੀ, ਇਹ ਘਰ ਲੈ ਗਿਆ ਆਪਣੇ ਧੀ ਨੂੰ, ਜਵਾਈ ਨੂੰ,
और नगर विच जाके ऐलान कर दिता कि अज तो बाद मैं अपनी ये राजधानी ना दोनों नूं बख्शदा हां। या ते भाना सुनदै कान। हे भाई भाना जी, ये इत्थों दा इतिहास है दुख भंजनी बेरी दा। महिमा महा सुधा सर जान। इस अमृतसर सरोवर दी महिमा बड़ी वड्डी है, इहदी वडियाई बड़ी वड्डी है, इस अमृत ताल दी शोभा बड़ी वड्डी है। सुनो कन दे के। गंग जमन सर सुत कुर खेत। कहंदे गंगा है पवित्र बनी जाती है, जमुना है, सरस्वती है, कुरुक्षेत्र दी धरती पवित्र बनी जाती है। कांशी अर प्रयाग समेत। कांशी, बनारस, इलाहाबाद ये वड्डे तीर्थ कहे जाते ने। नईम खार वृंदावन मथुरा। नईम खार जिन्हों नेम खरण भी कहते हैं, वृंदावन, मथुरा, ये सब तीर्थ ने। द्वारावती रामपुर सुथरा। फिर द्वारका नगरी है, रामपुर है, और इसे तरह सुथरा कहिए थनेसर, कैंथल, ये सब तीर्थ ने वड्डे। गया गोमती नद गोदावर। गया ये भी तीर्थ है जिथे पिंड तारदे ने। गोमती नदी पवित्र तीर्थ कही जाती है, गोदावरी नदी पवित्र तीर्थ कही जाती है। अपर नर्मदा मान सरोवर। ये तो अलावा नर्मदा नदी है, वो भी पवित्र तीर्थ कहा जाता है। मान सरोवर इनू भी तीर्थ कहा जाता है। ये सब तीर्थ ने। पूरी अयोध्या अर केदार। अयोध्या नगरी जेड़ी है भगवान रामचंद्र की जन्म भूमि, ये भी पवित्र मनी जाती, ये भी तीर्थ कहा जाता है। पुष्कर देव स्थान उदार। फिर केदारनाथ इन्हां दा तीर्थ है। पुष्कर च जिथे ब्रह्मा जी का इको एक मंदिर सारी धरती ते पुष्कर च है, ये भी तीर्थ कहा जाता है, देवतियां दे स्थान ਹਨ। नदी गंडका बरगिर नीला। गंडका नदी जिहदे विच सालग्राम पत्थर जिहड़ा जिन्हों ये ठाकुर जान के पूजदे ने निकलदा, वो भी पवित्र तीर्थ कहा जाता है। थल रिख सिद्धन जह रच लीला। बड़े बड़े ऋषियां मुनियां तपस्वियां दे स्थान ने जिन्हां ने सिद्ध कीते हुए ने, तीर्थ बनाए हुए ने लीला रच के। ऋषिकेश आवंत कटाक्ष। फिर ऋषिकेश ये भी तीर्थ है। फिर कटाक्ष जिथे बड़ा वड्डा ये तीर्थ मन्निया जाता है। तीर्थ अनगन जे अभिलाख। ये जिहड़े अणगिणत तीर्थ ने, ये सारे तीर्थ अमृतसर सरोवर दे विच अपने आप नूं पवित्र होया लोड़दे ने। इस स्थान ते आके इशनान करके पवित्र हुंदे। तदे इस जगह का नाम है 68 तीर्थ। उथे 68 तीर्थ आपे ही आ जाते हैं जिथे सतपुरुषों के चरण पैण। 68 तीर्थ जह साध पग धरै। जिथे एक साधु अपने चरण पा दे, उथे 68 दे 68 तीर्थ निवास करन लग पैंदे। पातशाह कहंदे जिन्ने तीर्थ उपर दस्से ने 68, इन्हां तो इलावा होर भी जिन्ने महापुरुषां ऋषियां मुनियां तपस्वियां दे चरनां नाल पवित्र होए थां ने, वो सब अमृतसर सरोवर नूं लोचदे ने। इस सरोवर दा इशनान लोचदे ने। कल मैं इनको महाप्रताप। इस कली काल दे इस भयानक समय विच सब तो वड्डा प्रताप अगर किसी तीर्थ दा है तां ओह सतगुरु गुरु रामदास साहब जी दे इस महान तीर्थ अमृतसर सरोवर दा है। इहां आन सब खोवे पाप। इत्थे आके वो तीर्थ भी पवित्र हुंदे आ। वो अपने लोकां दे जिहड़े पाप उन्हां विच रह जांदे आ, उन्हां पापां नूं नष्ट करदे ने। नहीं सुधा सर के सम कोए। इस करके भाई भाना जी, इस अमृतसर सरोवर दे तुल दुनिया च कोई तीर्थ नहीं। इस पवित्र स्थान दे तुल दुनिया च दूसरा कोई स्थान नहीं। भजन अखंड प्रभु को होए। जिथे अखंड निरंतर एक रस परमेश्वर दा भजन हो रहा, इस करके विशेष है। ये महान तीर्थ की विशेषता यह भी है कि इत्थे अखंड लगातार निरंकार की कीर्ति हो रही। कीर्तन हुंदा सारा दिन अमृत वेले तो दुपहरे की चौंकी तो प्रारंभ हो जाता। सारा दिन हरि कीर्तन, रात नूं सोहला साहब की बाणी तो बाद समाप्ति हो जाती। महाराज जी के सुखासना तो बाद
ਫਿਰ ਰਾਤ ਨੂੰ ਸੇਵਾ ਕਰਨ ਵਾਲੇ ਆ ਜਾਂਦੇ, ਵਿਛਾਈ ਕਰਦੇ, ਦਰਬਾਰ ਦੀ ਧਵਾਈ ਕਰਦੇ, ਉਹ ਵੀ ਫਿਰ ਨਾਮ ਹੀ ਜਪਦੇ ਆ, ਉੱਥੇ ਭਜਨ ਕਰਦੇ ਆ, ਗੱਲਾਂ ਬਾਤਾਂ ਨਹੀਂ ਕਰਦੇ। ਹਰੀ ਕੀਰਤੀ ਹੋ ਰਹੀ ਆ, ਕੋਈ ਪਰਕਰਮਾ ਵਿੱਚ ਬੈਠਾ ਭਜਨ ਕਰ ਰਿਹਾ, ਕੋਈ ਪਰਕਰਮਾ ਕਰਦਿਆਂ ਭਜਨ ਕਰ ਰਿਹਾ। ਇਹ ਤਾਂ ਉਹ ਨੇ ਜਿਹੜੇ ਦਿਸਦੇ ਆ ਸਾਨੂੰ। ਅਨੇਕਾਂ ਦੇਵ ਰੂਹਾਂ, ਉਹ ਵੀ ਮਹਾਰਾਜ ਜੀ ਦੇ ਦਰਬਾਰ 'ਚ ਸ਼ਹੀਦੀ ਫੌਜਾਂ ਵੀ ਹਾਜ਼ਰ, ਉਹ ਵੀ ਭਜਨ ਕਰਦੇ ਆ ਉੱਥੇ। ਪਾਤਸ਼ਾਹ ਕਹਿੰਦੇ ਅਖੰਡ ਕੀ ਪਰਮੇਸ਼ਰ ਦੀ ਕੀਰਤੀ ਇੱਕ ਰਸ ਇੱਥੇ ਹੋ ਰਹੀ ਹੈ, ਇਸ ਕਰਕੇ ਇਸ ਅਸਥਾਨ ਦੇ ਦੁਨੀਆ 'ਚ ਕੋਈ ਦੂਸਰਾ ਸਥਾਨ ਨਹੀਂ। ਹਾਂਜੀ, ਸਰਬ ਕਾਮਨਾ ਪੁਰਵੈ ਮਨ ਕੀ, ਇੱਥੇ ਆ ਕੇ ਸਰਬ ਕਾਮਨਾਵਾਂ ਪੂਰਨ ਹੋ ਜਾਂਦੀਆਂ ਨੇ। ਜੇ ਮੱਜੈ ਕਰ ਸੁਚਤਾ ਤਨ ਕੀ, ਜਿਹੜਾ ਕੋਈ ਪਵਿੱਤਰ ਹੋ ਕੇ ਯਾਨੀ ਕਿ ਬਾਹਰੋਂ ਜਲ ਨਾਲ ਵਰਤ ਕੇ ਇਸ਼ਨਾਨ ਕਰਕੇ ਇਹਦੇ ਵਿੱਚ ਇਸ਼ਨਾਨ ਕਰਦਾ, ਪਾਤਸ਼ਾਹ ਕਹਿੰਦੇ ਨੂੰ ਵੱਡਾ ਮਹਾਤਮ ਪ੍ਰਾਪਤ ਹੁੰਦਾ ਹੈ। ਬਹੁ ਮਹਿਮਾ ਸ਼੍ਰੀ ਮੁਖ ਤੇ ਕਹਿ ਕੇ, ਸਤਿਗੁਰੂ ਜੀ ਨੇ ਅੰਮ੍ਰਿਤਸਰ ਸਰੋਵਰ ਦੀ ਬੜੀ ਮਹਿਮਾ ਕਹੀ। 6ਵੇਂ ਪਾਤਸ਼ਾਹ ਬਹੁਤ ਵਡਿਆਈ ਕੀਤੀ। ਚੱਲੇ ਕਰਤ ਪ੍ਰਦਸ਼ਨਾ ਚਹਿ ਕੇ, ਫਿਰ ਇੱਥੋਂ ਨਮਸਕਾਰ ਕਰਕੇ ਉੱਠੇ ਤੇ ਪਰਕਰਮਾ ਕਰਨ ਲਈ ਮਹਾਰਾਜ ਜੀ ਚੱਲ ਪਏ। ਤਖਤ ਅਕਾਲ ਬੈਠ ਮਨ ਭਾਏ, ਔਰ ਸ੍ਰੀ ਅਕਾਲ ਤਖਤ ਸਾਹਿਬ ਮਹਾਰਾਜ ਜੀ ਆ ਕੇ ਸਜ ਗਏ। ਮੰਦਰ ਵਿਖੇ ਬਹੁਰ ਗੁਰ ਆਏ, ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਏ। ਏਕ ਦਿਵਸ ਪਾਵਸ ਕੇ ਮਾਹੀ, ਏਦਾਂ ਰੋਜ਼ ਮਹਾਰਾਜ ਜੀ ਕੋਈ ਨਾ ਕੋਈ ਖੇਡ ਕਰਦੇ, ਵਰਤਾਉਂਦੇ, ਸਿੱਖਾਂ ਦਾ ਭਲਾ ਕਰਦੇ। ਏਦਾਂ ਚਲਦਿਆਂ ਚਲਦਿਆਂ ਪਾਵਸ ਰੁੱਤ ਆ ਗਈ। ਪਾਵਸ ਰੁੱਤ ਦਾ ਮਤਲਬ ਹੁੰਦਾ ਵੀ ਮੀਂਹ ਦੀ ਰੁੱਤ ਆ ਗਈ। ਛਾਏ ਗਗਨ ਘਨ ਕਾਮ ਸੁਨਾਹੀ, ਆਕਾਸ਼ ਵਿੱਚ ਸਾਵਣ ਭਾਦਰੋਂ ਦਾ ਮਹੀਨਾ, ਬੱਦਲ ਛਾ ਗਏ। ਹੋਤ ਸਕਾਰ ਸ਼ਿਕਾਰ ਭਿਆਨੇ, ਮਹਾਰਾਜ ਜੀ ਸਵੇਰੇ ਹੀ ਸ਼ਿਕਾਰ ਤੇ ਚੱਲ ਪੈਂਦੇ ਜਦੋਂ ਕਿਤੇ ਮੌਸਮ ਖੁੱਲਾ ਹੁੰਦਾ, ਕਿਉਂਕਿ ਜੇਠ ਹਾੜ ਦੀ ਗਰਮੀ ਤੋਂ ਬਾਅਦ ਸਾਵਣ ਭਾਦਰੋਂ 'ਚ ਮੀਂਹ ਪੈਣ ਕਰਕੇ ਮੌਸਮ ਸੁਹਾਵਣਾ ਹੋ ਜਾਂਦਾ, ਤੋ ਮਹਾਰਾਜ ਜੀ ਸ਼ਿਕਾਰ ਤੇ ਜਾਂਦੇ ਨੇ। ਜਿਤ ਬਾਸਰ ਕੇ ਗ੍ਰਾਮ ਸਥਾਨੇ, ਚਲਦੇ ਚਲਦੇ ਮਹਾਰਾਜ ਜੀ ਉਧਰ ਆ ਗਏ ਜਿੱਧਰ ਬਾਸਰ ਕੇ ਨਗਰ ਹੈ। ਬਾਸਰ ਕੇ ਨਗਰ ਮਹਾਰਾਜ ਗੁਰੂ ਅਮਰਦਾਸ ਸਾਹਿਬ ਦਾ ਪ੍ਰਕਾਸ਼ ਸਥਾਨ। ਮਹਾਰਾਜ ਤੀਸਰੇ ਪਾਤਸ਼ਾਹ ਨੇ ਬਾਸਰ ਕੇ ਨਗਰ 'ਚ ਪ੍ਰਕਾਸ਼ ਧਾਰਿਆ ਬਾਬਾ ਤੇਜਪਾਨ ਜੀ ਦੇ ਘਰ। ਤੋ ਇੱਥੇ ਮਹਾਰਾਜ ਜੀ ਸ਼ਿਕਾਰ ਖੇਡਦੇ ਖੇਡਦੇ ਆਏ। ਸ਼੍ਰੀ ਗੁਰ ਅਮਰਦਾਸ ਕੋ ਥਾਨਾ, ਬਾਸਰ ਕੇ ਨਗਰ 'ਚ ਮਹਾਰਾਜ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਸਥਾਨ ਹੈ। ਕਰ ਦਰਸ਼ਨ ਕੋ ਬੰਦਨ ਠਾਨਾ, ਬੰਦਨਾ ਕੀਤੀ, ਨਮਸਕਾਰ ਕੀਤੀ ਗੁਰੂ ਅਮਰਦਾਸ ਸਾਹਿਬ ਦਾ ਧਿਆਨ ਧਾਰ ਕੇ। ਸੰਗ ਸੁਪਟ ਸਾਧੂ ਅਰ ਪਾਨਾ, ਭਾਈ ਸਾਧੂ ਜੀ ਔਰ ਭਾਈ ਭਾਨਾ ਜੀ ਇਹ ਸਤਿਗੁਰੂ ਜੀ ਦੇ ਨਾਲ ਹਨ। ਹੋਰ ਵੀ ਬਹੁਤ ਸਾਰੇ ਯੋਧੇ ਸਿੱਖ ਨਾਲ ਨੇ। ਕਰ ਬੰਦਨ ਕੋ ਬਾਕ ਬਖਾਨਾ, ਸਭ ਨੇ ਗੁਰੂ ਅਮਰਦਾਸ ਸਾਹਿਬ ਦੇ ਸਥਾਨ ਦੇ ਦਰਸ਼ਨ ਕੀਤੇ, ਬੰਦਨਾ ਕੀਤੀ ਤੇ ਕਹਿਣ ਲੱਗੇ, ਪ੍ਰਭ ਜੀ ਇਹੋ ਸਥਾਨ ਕਿਸ ਕੇਰਾ। ਕਹਿਣ ਲੱਗੇ ਮਹਾਰਾਜ ਇਸ ਜਗ੍ਹਾ ਦਾ ਇਤਿਹਾਸ ਦੱਸੋ ਸਾਨੂੰ। ਮਹਾਰਾਜ ਇੱਥੇ ਆਪ ਜੀ ਨੇ ਨਮਸਕਾਰ ਕੀਤੀ, ਅਸੀਂ ਨਮਸਕਾਰ ਕੀਤੀ ਹੈ, ਇਸ ਸਥਾਨ ਦਾ ਇਤਿਹਾਸ ਦੱਸੋ। ਭਾਓ ਨਮਰਤਾ ਧਰ ਤੁਮ ਹੇਰਾ, ਮਹਾਰਾਜ ਆਪ ਜੀ ਨੇ ਬੜੇ ਪ੍ਰੇਮ ਨਾਲ, ਬੜੇ ਵਿਨਿਮਰ ਭਾਵ ਨਾਲ ਇੱਥੇ ਮੱਥਾ ਟੇਕਿਆ। ਸੁਨ ਸਤਿਗੁਰ ਸਭ ਕਥਾ ਸੁਣਾਈ, ਸੁਣ ਕੇ ਸਤਿਗੁਰੂ ਜੀ ਨੇ ਫਿਰ ਇਸ ਜਗ੍ਹਾ ਦੀ ਕਥਾ ਸੁਣਾਈ। ਸ੍ਰੀ ਗੁਰ ਅਮਰ ਛਪੇ ਇਸ ਥਾਈ, ਕਹਿੰਦੇ ਸਿੱਖੋ ਇਹ ਉਹ ਥਾਂ ਹੈ, ਇਹ ਉਹ ਜਗ੍ਹਾ ਹੈ ਜਿੱਥੇ ਗੁਰੂ ਅਮਰਦਾਸ ਸਾਹਿਬ ਜੀ ਆ ਕੇ ਕੁਝ ਸਮੇਂ ਲਈ ਗੁਪਤ ਹੋ ਗਏ ਸੀ ਜਦੋਂ ਬਾਬੇ ਦਾਤੂ ਨੇ ਲੱਤ ਮਾਰੀ ਸੀ। ਇਹ ਉਹੀ ਜਗ੍ਹਾ ਹੈ ਜਿੱਥੇ ਗੁਰਦੁਆਰਾ ਸੰਨ ਸਾਹਿਬ ਹੈ, ਉਹਦਾ ਇਤਿਹਾਸ ਦੱਸ ਰਹੇ 6ਵੇਂ ਪਾਤਸ਼ਾਹ। ਕਹਿੰਦੇ ਇਸ ਸਥਾਨ ਦਾ ਨਾਮ ਸੰਨ ਸਾਹਿਬ ਹੈ। ਇੱਥੇ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਆ ਕੇ ਗੁਪਤ ਹੋਏ ਸਨ। ਫਰਿਦ ਸਾਹਿਬ ਤਬ ਆਏ ਨਿਕਾਰੇ, ਬਾਬਾ ਬੁੱਢਾ ਸਾਹਿਬ ਜੀ ਨੇ ਆ ਕੇ ਮਹਾਰਾਜ ਜੀ ਨੂੰ ਪ੍ਰਗਟ ਕੀਤਾ ਸੀ ਇਸ ਜਗ੍ਹਾ ਤੇ। ਸੁਨ ਕਰ ਗਾਥੇ ਆਨੰਦਤ ਸਾਰੇ, ਮਹਾਰਾਜ ਜੀ ਨੇ ਜਦੋਂ ਪ੍ਰਸੰਗ ਸੁਣਾਇਆ ਸਾਰੇ ਸਿੱਖ ਬੜੇ ਖੁਸ਼ ਹੋਏ, ਬਹੁਤ ਪ੍ਰਸੰਨ ਹੋਏ। ਕਿਤਿਕ ਸਮੈ ਤਹਿ ਬੈਠਣ ਕਰਕੇ, ਕੁਝ ਸਮਾਂ ਮਹਾਰਾਜ ਜੀ ਇੱਥੇ ਬੈਠੇ, ਗੁਰੂ ਅਮਰਦਾਸ ਸਾਹਿਬ ਦੀਆਂ ਵਡਿਆਈਆਂ ਹੋਈਆਂ,
ਹਰੀ ਜਸ ਹੋਇਆ ਦੀਵਾਨ ਸਜਾਇਆ। ਗਮਨੇ ਪੁਨ ਤੁਰੰਗ ਪਰ ਚਰਕੈ ਮਹਾਰਾਜ ਜੀ ਘੋੜੇ ਤੇ ਸਵਾਰ ਹੋ ਕੇ ਫਿਰ ਇੱਥੋਂ ਅੱਗੇ ਨੂੰ ਤੁਰੇ। ਮੰਦ ਮੰਦ ਮਾਰਗ ਮਹਿ ਜਾਤੇ ਸਹਿਜੇ ਸਹਿਜੇ ਤੁਰੇ ਜਾਂਦੇ। ਜੇ ਕੋਈ ਸ਼ਿਕਾਰ ਮਿਲ ਜਾਂਦਾ ਤੇ ਸ਼ਿਕਾਰ ਖੇਡ ਲੈਂਦੇ ਨੇ। ਭਾਨੇ ਸੰਗ ਕਰਤ ਸਭ ਬਾਤੇ ਬਾਬਾ ਭਾਨਾ ਜੀ ਨਾਲ ਮਹਾਰਾਜ ਜੀ ਗੱਲਾਂ ਕਰਦੇ ਜਾਂਦੇ, ਜੋ ਬਾਬਾ ਬੁੱਢਾ ਸਾਹਿਬ ਦੇ ਸਪੁੱਤਰ ਨੇ। ਉਹਨਾਂ ਨਾਲ ਮਹਾਰਾਜ ਜੀ ਬਚਨ ਵਿਲਾਸ ਕਰਦੇ ਜਾ ਰਹੇ ਨੇ। ਬਰੇ ਵੀਰ ਮਹਿ ਵੀਰਨ ਵੀਰ ਵੀਰਾਂ ਦੇ ਮਹਾਨ ਵੀਰ ਯੋਧੇ ਛੇਵੇਂ ਪਾਤਸ਼ਾਹ ਜੀ ਹੁਣ ਬਾਬੇ ਬੁੱਢੇ ਦੀ ਜਿਹੜੀ ਬੀੜ ਆ ਉੱਥੇ ਆ ਗਏ, ਜਿੱਥੇ ਬਾਬਾ ਜੀ ਨੇ ਬੀੜ 'ਚ ਬਹੁਤ, ਬੀੜ ਦਾ ਮਤਲਬ ਹੈ ਵੀ ਉਹ ਖੇਤ ਜਿਹੜੇ ਗੁਰੂ ਸਾਹਿਬ ਦੇ ਸੀ। ਬਾਬਾ ਜੀ ਨੇ ਉੱਥੇ ਰਹਿ ਕੇ ਖੇਤੀ ਕਰਾਈ ਸਾਰੀ ਜ਼ਿੰਦਗੀ, ਤੇ ਉਹ ਜਗ੍ਹਾ ਦਾ ਨਾਮ ਹੀ ਇਹ ਪ੍ਰਸਿੱਧ ਹੋ ਗਿਆ ਬੀੜ ਬਾਬਾ ਬੁੱਢਾ ਸਾਹਿਬ ਜੀ। ਨਗਰ ਦਾ ਨਾਮ ਤਾਂ ਜਿੱਥੇ ਬਾਬਾ ਜੀ ਦਾ ਸਥਾਨ ਠੱਠਾ ਪਿੰਡ ਹੈ, ਪਰ ਉਹ ਸਾਰੀ ਜਗ੍ਹਾ ਨੂੰ ਬੀੜ ਬਾਬਾ ਬੁੱਢਾ ਸਾਹਿਬ ਕਹਿ ਕੇ ਸੰਬੋਧਨ ਕੀਤਾ ਜਾਂਦਾ। ਮਹਾਰਾਜ ਜੀ ਚਲਦੇ ਚਲਦੇ ਉੱਥੇ ਆ ਗਏ। ਬ੍ਰਿਧ ਸਾਹਿਬ ਇਸ ਥਲ ਕੇ ਤੀਰ ਮਹਾਰਾਜ ਜੀ ਕਹਿਣ ਲੱਗੇ, ਭਾਈ ਭਾਨਾ ਜੀ ਇਹ ਜਗ੍ਹਾ ਨੂੰ ਵੇਖੋ, ਇਹ ਉਹ ਥਾਂ ਹੈ ਜਿੱਥੇ ਬਾਬਾ ਬੁੱਢਾ ਸਾਹਿਬ ਨੇ ਆਪਣੇ ਜੀਵਨ ਦਾ ਬਹੁਤ ਲੰਮਾ ਸਮਾਂ ਸੇਵਾ ਕੀਤੀ। ਹਾਂਜੀ। ਪਾਸ ਚਲਤ ਗੁਰ ਕੇ ਗੁਰਦਾਸ ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਸਤਿਗੁਰਾਂ ਦੇ ਨਾਲ ਨਾਲ ਜਾ ਰਹੇ ਨੇ। ਤਿਸ ਦਿਸ਼ ਦੇਖ ਕਹਿਓ ਸੁਖ ਰਾਸ ਜਦੋਂ ਬੀੜ ਬਾਬਾ ਬੁੱਢਾ ਸਾਹਿਬ ਵਾਲੀ ਜਗ੍ਹਾ ਵੇਖੀ, ਕਿਉਂਕਿ ਦੂਰ ਤੱਕ ਖੇਤ ਹੀ ਖੇਤ ਸੀ, ਉਹ ਜਗ੍ਹਾ ਦਾ ਨਹੀਂ ਸੀ ਹਾਲੇ ਪਤਾ ਜਿੱਥੇ ਬਾਬਾ ਜੀ ਰਹਿੰਦੇ ਸਨ। ਛੇਵੇਂ ਪਾਤਸ਼ਾਹ ਚਾਹੁੰਦੇ ਆ ਵੀ ਬਾਬਾ ਜੀ ਦੀ ਯਾਦਗਾਰ ਕਾਇਮ ਕਰੀਏ। ਭਾਈ ਗੁਰਦਾਸ ਜੀ ਨੂੰ ਮਹਾਰਾਜ ਜੀ ਪੁੱਛਦੇ ਨੇ, ਬ੍ਰਿਧ ਸਾਹਿਬ ਕੋ ਬਸਨ ਸਥਾਨ ਕਹਿੰਦੇ ਭਾਈ ਸਾਹਿਬ ਜੀ ਤੁਸੀਂ ਤਾਂ ਬਾਬਾ ਜੀ ਨੂੰ ਇੱਥੇ ਆ ਕੇ ਮਿਲਦੇ ਰਹੇ ਹੋ, ਇਹ ਦੱਸੋ ਵੀ ਬਾਬਾ ਬੁੱਢਾ ਸਾਹਿਬ ਜੀ ਆਪਣਾ ਨਿਵਾਸ ਕਿਹੜੀ ਜਗ੍ਹਾ ਤੇ ਰੱਖਦੇ ਸੀ? ਕਿਉਂਕਿ ਬਹੁਤ ਵੱਡੀ ਖੇਤੀ ਸੀ ਗੁਰੂ ਘਰ ਦੀ ਇੱਥੇ। ਮਹਾਰਾਜ ਜੀ ਕਹਿੰਦੇ ਬਾਬਾ ਜੀ ਇੱਥੇ ਕਿੱਥੇ ਨਿਵਾਸ ਕਰਦੇ ਸੀ, ਉਹਨਾਂ ਦਾ ਟਿਕਾਣਾ ਕਿੱਥੇ ਸੀ? ਉਤੋ ਕਹਾਂ ਤੇ ਕਰੋ ਪਛਾਨ ਭਾਈ ਗੁਰਦਾਸ ਜੀ ਤੁਸੀਂ ਪਛਾਣ ਕਰੋ ਉਸ ਜਗ੍ਹਾ ਦੀ, ਕਿਉਂਕਿ ਤੁਸੀਂ ਬਾਬਾ ਜੀ ਨੂੰ ਇੱਥੇ ਆ ਕੇ ਮਿਲਦੇ ਗਿਲਦੇ ਰਹੇ ਹੋ। ਚਿਰ ਲਗ ਸੰਗ ਰਹੇ ਤੁਮ ਦੋ ਤੁਸੀਂ ਇਕੱਠੇ ਰਹੇ ਹੋ, ਇੱਥੇ ਵੀ ਕਈ ਕਈ ਦਿਨ ਤੁਸੀਂ ਬਾਬਾ ਜੀ ਕੋਲ ਰਹਿ ਕੇ ਜਾਂਦੇ ਰਹੇ ਹੋ। ਗੁਰ ਘਰ ਕੇ ਅਗਰੀ ਸੁਖ ਸਿੱਖ ਜੇਊ ਤੁਸੀਂ ਗੁਰੂ ਘਰ ਦੇ ਆਗੂ ਸਿੱਖਾਂ ਵਿੱਚੋਂ ਹੋ। ਸੁਨਤ ਚੱਲਿਓ ਗੁਰਦਾਸ ਅਗਾਰੀ ਭਾਈ ਸਾਹਿਬ ਕਹਿਣ ਲੱਗੇ ਮਹਾਰਾਜ ਜੀ ਤੁਸੀਂ ਠਹਿਰੋ, ਮੈਂ ਅੱਗੇ ਜਾ ਕੇ ਪੂਰੀ ਜਗ੍ਹਾ ਦੀ ਸਿਆਣ ਕਰਦਾ ਹਾਂ। ਤੇ ਸਥਾਨ ਕੀ ਕੀਨ ਚਿਨਾਰੀ ਭਾਈ ਸਾਹਿਬ ਗਏ, ਕਿਉਂਕਿ ਭਾਈ ਸਾਹਿਬ ਤਾਂ ਭੇਤੀ ਸੀ ਇੱਥੋਂ ਦੇ। ਅੱਗੇ ਜਾ ਕੇ ਉਹ ਜਗ੍ਹਾ ਦੀ ਪਹਿਚਾਣ ਕੀਤੀ, ਕਿਉਂਕਿ ਬਾਬਾ ਜੀ ਨੇ ਇੱਥੇ ਪੱਕਾ ਮਕਾਨ ਨਹੀਂ ਸੀ ਬਣਾਇਆ ਆਪਣੇ ਲਈ। ਸਾਰੀ ਜ਼ਿੰਦਗੀ ਮਹਾਂਪੁਰਖਾਂ ਨੇ ਵਿਰਕਤੀ 'ਚ ਕੱਟੀ। ਬਾਬਾ ਬੁੱਢਾ ਸਾਹਿਬ ਜੀ ਨੇ ਇੱਕ ਛੋਟੀ ਜਿਹੀ ਕੱਖਾਂ ਦੀ ਝੁੱਗੀ ਜੀ ਬਣਾਈ, ਉੱਥੇ ਹੀ ਆਪਣਾ ਨਿਵਾਸ ਰੱਖਿਆ ਮਹਾਂਪੁਰਖਾਂ ਨੇ ਖੇਤਾਂ 'ਚ। ਤੋ ਕੋਈ ਪੱਕਾ ਟਿਕਾਣਾ ਨਹੀਂ ਸੀ ਬਣਾਇਆ। ਤੋ ਭਾਈ ਗੁਰਦਾਸ ਸਾਹਿਬ ਜੀ ਨੇ ਜਾ ਕੇ ਉਹ ਜਗ੍ਹਾ ਦੀ ਪਛਾਣ ਕੀਤੀ। ਹਟ ਕਰ ਕਹਿਓ ਆਪ ਇਤੇ ਆਵੋ ਤੇ ਵਾਪਸ ਆਏ ਤੇ ਛੇਵੇਂ ਪਾਤਸ਼ਾਹ ਨੂੰ ਕਹਿੰਦੇ ਚਲੋ ਮਹਾਰਾਜ ਜੀ ਮੈਂ ਉਹ ਜਗ੍ਹਾ ਵੇਖ ਆਇਆ ਜਿੱਥੇ ਬਾਬਾ ਜੀ ਨਿਵਾਸ ਕਰਦੇ ਸਨ। ਚਾਹੋ ਜੋ ਥਲ ਤਿਸ ਦਰਸ਼ਨ ਪਾਵੋ ਜਿਹੜੀ ਜਗ੍ਹਾ ਆਪ ਜੀ ਚਾਹੁੰਦੇ ਹੋ ਚੱਲ ਕੇ ਉਹਦੇ ਦਰਸ਼ਨ ਕਰ ਲਓ। ਸੁਨਤ ਬਾਕ ਹੈ ਕੋ ਤਬ ਪ੍ਰੇਰਾ ਮਹਾਰਾਜ ਜੀ ਨੇ ਸੁਣ ਕੇ ਘੋੜਾ ਤੋਰਿਆ। ਤੁਰਤ ਪੁਨੀਤ ਥਾਨ ਕੋ ਹੇਰਾ ਖੇਤੀ ਉਸ ਜਗ੍ਹਾ ਤੇ ਆ ਜੋ ਮਹਾਨ ਪਵਿੱਤਰ ਸਥਾਨ ਹੈ ਜਿੱਥੇ ਬਾਬਾ ਬੁੱਢਾ ਸਾਹਿਬ ਜੀ ਨੇ ਬਹੁਤ ਲੰਮਾ ਸਮਾਂ ਤਪ ਸਾਧਿਆ ਹੈ। ਬ੍ਰਿਧ ਸਨ ਜਾਨ ਕਰੀ ਤਬ ਬੰਦਨ ਉਹ ਜਗ੍ਹਾ ਤੇ ਆ ਕੇ ਜਿੱਥੇ ਬਾਬਾ ਜੀ ਦਾ ਨਿਵਾਸ ਸੀ, ਮਹਾਰਾਜ ਜੀ ਨੇ ਜ਼ਮੀਨ ਤੇ ਮੱਥਾ ਧਰ ਕੇ ਮੱਥਾ ਟੇਕਿਆ। ਛੇਵੇਂ ਪਾਤਸ਼ਾਹ ਨੇ ਇਹ ਜਾਣ ਕੇ ਕਿ ਮਾਨੋ ਬਾਬਾ ਬੁੱਢਾ ਸਾਹਿਬ ਜੀ ਇੱਥੇ ਹੀ ਹਾਜ਼ਰ ਨੇ। ਇੰਨਾ ਅਦਬ ਕੀਤਾ ਸਤਿਗੁਰਾਂ ਨੇ, ਬਾਬਾ ਬੁੱਢਾ ਸਾਹਿਬ ਜੀ ਦਾ ਇੰਨਾ ਸਨਮਾਨ ਕੀਤਾ ਕਿ ਜ਼ਮੀਨ ਤੇ ਸਿਰ ਧਰ ਕੇ ਮੱਥਾ ਟੇਕਿਆ। ਸਿਮਰ ਸਿਮਰ ਤਿਨ ਕੇ ਗੁਣ ਬ੍ਰਿੰਦਨ ਬਾਬਾ ਬੁੱਢਾ ਸਾਹਿਬ ਦੇ ਗੁਣਾਂ ਨੂੰ ਯਾਦ ਕਰਦੇ ਛੇਵੇਂ ਪਾਤਸ਼ਾਹ। ਹਾਂਜੀ। ਭਾਨਾ ਭੂਰ ਭਾਵਨਾ ਕਰਕੇ ਭਾਈ ਭਾਨਾ ਜੀ ਨੇ ਵੇਖਿਆ ਵੀ ਸਾਡੇ ਪਿਤਾ ਜੀ ਨੇ, ਕਿਉਂਕਿ ਭਾਈ ਭਾਨਾ ਜੀ ਪਹਿਲੀ ਵਾਰ ਆਏ ਸਨ ਇੱਥੇ,
कि साडे पिता जी का स्थान उन्होंने भी बड़े प्रेम नाल मत्था टेकिया। नमो कीन भूतल सिर धर कै, जमीन ते सिर धर के नमस्कार कीती। अपर सरब ही बंधन ठानै, बाकी भी सब सिखां ने बाबा बुढ़ा साहब जी का ध्यान धार के नमस्कार कीती। दिख श्री सतगुर बाक बखानै, वेख के धन गुरु हरगोबिंद साहब जी महाराज जी बोले, मंजी सुंदर इहां बनावहो, वचन कीता कि इत्थे सोहनी मंजी बनाओ, थड़ा तैयार करो सुंदर। बाबा जी की याद विच इत्थे सोहनी मंजी स्थापित करो। होत प्राच के सब सुधरावहो, कल सवेर हुंदियां ही पहला काम यह करना कि बाबा जी की इत्थे यादगार बनाउणी है। समा पा के साडे सिख इत्थे बाबा जी का बड़ा दरबार बनाउणगे, पर यह निशानी असीं कायम कर दईए तां जो आउण वाले समय च सिखां नूं लभणा औखा ना होवे। एक थड़ा बना दिओ बाबा जी की याद विच। आयस दीनस करने आहार, गुरुदेव ने रात का समा सी, हुक्म कीता कि अज पड़ा इत्थे ही करांगे। लंगर छकाण तैयार करन दा हुक्म होया। फर्श कराए थिरे थल चार, तंबू कनाता फर्श गलीचे बिछा दिते। महाराज जी ने टिकाणा कर लिया। भीड़ पयो गुर को किस भांत, हुण सिख पुछण लगे, महाराज ये जिहड़ी भीड़ गुरु दी भीड़ किवें घौंदी है? ये भीड़ गुरु घर विच किवें आई है? जिहड़ी जमीन की ये पातशाह ने खरीदी सी? बाबा जी इत्थे रहे ने, ये जमीन गुरु घर विच किवें आई? भाने बूझन कीन बरतांत, भाई भाना जी ने पूछया, भावें कि पता भी होवे भावें सिखां नूं फिर पुछदे, क्योंकि सिख दा यह करतब है कि भावें आप ज्ञान पता भी होवे फिर भी गुरु नूं अणजाण बन के पूछे, महाराज तुसीं दसो। हाँ जी। तब सतगुर सब गाथ सुनाई, फिर सतगुरु जी ने सारी कथा सुनाई। जैमल फत्ते शाह लराई, महाराज कहंदे बड़े सूरमे योधे सी जैमल ते फत्ता। उन्हां नाल बादशाह अकबर दा जंग होया। चित्तौड़गढ़ दा किला ਉਹ अकबर ने फतेह कीता। चले अकबर श्री गुर टिक आयो, ਉਹਨੇ गुरु साहब दी सुखना सुखी सी। महाराज जी दे बचनां नाल ਉਹਨੇ किला फतेह कीता। फिर वो सतगुरां दा शुकराना करन लई गोइंदवाल साहब आया। महिमा जानी सीस निवायो, सतगुरां दी वडियाई जान के महाराज जी अगे सीस झुकाया। ਇਹ सब अरपे ग्राम अकोर, ये जिन्ने तकरीबन 20-22 पिंडां दी जिहड़ी जमीन है वो बादशाह अकबर ने पटा लिख के गुरु अमरदास साहब जी नूं भेटा कीते। गुरु अमरदास साहब जी ने वो सारी जमीन साडे वडेरे सतगुरु गुरु रामदास साहब जी नूं दे दित्ती। कह बहु बार निहोर निहोर, सतगुरु जी तां त्यागी महाराज जी तां एक दिन दा भोजन तैयार कराउंदे, उन्नी क रस्त बस्त लैंदे सी। पर बादशाह अकबर ने बार बार मिन्नतां करके गुरु साहब नूं ये जगह भेट कीती। तब को बीड़ गुरु टिक रहियो, उदों दी ये बीड़ गुरु दी हो गई, गुरु पातशाह जी दे घर विच आ गई। वृद्ध साहिब बहु बासा लहियो, ते बाबा जी ने सारी जिम्मेवारी इत्थों दी खेती दी सांभी फसल दी तैयार करके जदों लंगर पानी वास्ते रस्तां बस्तां अन्न जेड़ा वो इत्थों भेजदे सन। इत्यादिक बहुबाक बिलास, इदां ये बचन बिलास महाराज 6वें पातशाह ने कीते ते बीड़ बाबा बुढ़ा साहब दा इतिहास दस्सिया। करत रहे मुख कमल प्रकाश, महाराज जी कथा करदे रहे, सिख सुनदे रहे। सुंदर सुखद सगन घन छाया, बड़ी संघनी छां सी, बड़े सोहणे रमणीक दरख्त सन इत्थे। शीतल समय सभिन मन पाया, ते गर्मी क्योंकि सावन भादरों दे दिन सी, ठंडी छां थल्ले बड़ा सुख माणिया। पौन गौन को निभहत मंद, हवा बड़ी सोहनी रुमक रुमक चलदी है ठंडी। श्री हर गोबिंद दिपत आनंद, गुरु हरगोबिंद साहब बड़े आनंद च मस्ती च बैठे ने। चहुं दिश में हरियावल दिखियत, चारे पासे हरियावल ही हरियावल, क्योंकि सावन भादरों दे दिन ने ते हरियावल ही हरियावल है। इंद्र बधू बृंदा बिच पिखियत, इंद बहू कहंदे चीच बहूटियां निके निके पंछी हुंदे, ओ ची ची करदे फिरदे सारे पासे, पंछी चो चुहा रहे ने। बड़ा सोहना आनंद बनया होया। जाने अवनी मने आनंद पोई, कहंदे मानो धरती आनंद नाल भिज गई है, आनंद नाल भर गई है। नील ओढ़नी नीलीनी सोई, इदां जापदा भी उत्ते आकाश नीले रंग दा, क्योंकि बदल पै के हटिया, आकाश साफ सी।
ਏਦਾਂ ਲੱਗਦਾ ਵੀ ਨੀਲੇ ਰੰਗ ਦੀ ਚਾਦਰ ਸਾਰੀ ਧਰਤੀ ਨੇ ਆਪਣੇ ਤੇ ਲਈ ਹੋਵੇ। ਬਹੁਤ ਬਹਾਰ ਬਿਲੋਕਤ ਗੁਰੂ, ਪਾਤਸ਼ਾਹ ਬੜੀ ਸੋਹਣੀ ਬਹਾਰ ਚੱਲਦੀ ਵੇਖਦੇ ਨੇ। ਇਤੀ ਉਤ ਵਿਚਰਤ ਜਨ ਅਰ ਰੂਰੂ, ਪਾਤਸ਼ਾਹ ਦੇ ਸੇਵਕ ਵਿਚਰ ਰਹੇ ਨੇ, ਮਹਾਰਾਜ ਜੀ ਵੀ ਵਿਚਰਦੇ ਨੇ। ਸਵਾਦ ਬਿਬਿਦ ਬਿਦ ਤਿਆਰ ਆਹਾਰਾ, ਇਹਨੇ ਨੂੰ ਲੰਗਰ ਪ੍ਰਸ਼ਾਦਾ ਤਿਆਰ ਹੋ ਗਿਆ। ਸੂਪ ਨਿਕਾਰ ਪਰੋਸਿਓ ਥਾਰਾ, ਲਾਂਗਰੀਆਂ ਨੇ ਥਾਲ ਪਰੋਸੇ ਸਤਿਗੁਰਾਂ ਦੇ ਸਨਮੁਖ, ਪਾਵਨ ਅਵਨੀ ਕੋ ਕਰ ਲਿਆਏ, ਔਰ ਲਿਆਏ ਲੰਗਰ ਪ੍ਰਸ਼ਾਦਾ ਸਭ ਚ ਵਰਤਾਇਆ। ਚੰਦਨ ਚੌਂਕੀ ਗੁਰੂ ਸੁਹਾਏ, ਸਤਿਗੁਰੂ ਜੀ ਦੇ ਸਨਮੁਖ ਚੰਦਨ ਦੀ ਚੌਂਕੀ ਰੱਖੀ ਬੈਠਣ ਲਈ। ਲੈ ਪਾਨੀ ਜੁਗ ਪਾਨ ਪਖਾਰੇ, ਪਹਿਲਾਂ ਜਲ ਲਿਆ ਕੇ ਮਹਾਰਾਜ ਜੀ ਦੇ ਹੱਥ ਧੁਆਏ। ਕਵਲ ਕਰੇ ਮੁਖ ਕਵਲ ਸੁਧਾਰੇ, ਗੁਰਦੇਵ ਨੇ ਜਲ ਦਾ ਚੂੜਾ ਕਰਕੇ ਮੁਖ ਵੀ ਸਾਫ਼ ਕੀਤਾ। ਚਿਤ ਬਾਛਤ ਭੋਜਨ ਕੋ ਖਾਏ, ਜਿੰਨੀ ਰੁਚੀ ਸੀ ਮਹਾਰਾਜ ਜੀ ਨੇ ਭੋਜਨ ਛਕਿਆ। ਸਭ ਕੋ ਪਹੁੰਚਿਓ ਸੁਧ ਮੰਗਵਾਏ, ਜਿੰਨੇ ਸਾਰੀ ਸਿੱਖ ਮਹਾਰਾਜ ਜੀ ਦੇ ਨਾਲ ਸਭ ਦੀ ਸੁਧ ਸਾਰ ਲੈਂਦੇ ਆ, ਸਭ ਨੂੰ ਮਹਾਰਾਜ ਜੀ ਨੇ ਪੁੱਛਿਆ, ਭਾਈ ਸਭ ਕੋਲ ਪਹੁੰਚ ਗਿਆ? ਏਦਾਂ ਪੁੱਛਦੇ ਨੇ। ਤਬ ਦਾਸਨ ਪਰੇ ਅੰਕ ਡਸਾਵਾ, ਇੰਨੇ ਨੂੰ ਰਾਤ ਦਾ ਵੇਲਾ ਹੋ ਚੁੱਕਾ ਸੀ। ਮਹਾਰਾਜ ਜੀ ਦੇ ਬਿਰਾਜਣ ਲਈ ਪਲੰਘਾ ਡਾਇਆ। ਆਸ ਤਰਨ ਉਜਲ ਸੋ ਛਾਵਾ, ਬੜਾ ਸੋਹਣਾ ਆਸ ਤਰਨ ਵਿਛਾਇਆ ਗਿਆ। ਤਿਸ ਪਰ ਪੌੜੇ ਹਿਤ ਬਿਸਰਾਮ, ਮਹਾਰਾਜ ਜੀ ਵਿਸ਼ਰਾਮ ਕਰਨ ਵਾਸਤੇ ਬਿਰਾਜੇ। ਉਠੇ ਪੁਨ ਹੈ ਦਿਨ ਬਾਕੀ ਜਾਮ, ਔਰ ਬਾਕੀ ਸਾਰੇ ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਉੱਠੇ। ਕਰਿਓ ਪਾਨ ਸੁਖਾ ਸਮੁਦਾ ਸੁਖਦਾਏ, ਸਭ ਨੇ ਜਲ ਪਾਣੀ ਛਕਿਆ। ਸਵੇਰੇ ਸ਼ਰਦਾਈਆਂ ਦੇ ਰਗੜੇ ਲੱਗੇ, ਉਹ ਵੀ ਛਕੇ। ਸੁਚੇਤਾ ਕਰ ਇਸ਼ਨਾਨ ਹਰ ਖਾਏ, ਸਭ ਇਸ਼ਨਾਨ ਪਾਨ ਕਰਕੇ ਤਿਆਰ ਬਰ ਤਿਆਰ ਹੋਏ। ਪਹਿਰੇ ਬਸਤਰ ਬਿਸਦ ਬਰ ਚੀਨੇ, ਮਹਾਰਾਜ ਛੇਵੇਂ ਪਾਤਸ਼ਾਹ ਨੇ ਅੱਜ ਚਿੱਟੇ ਰੰਗ ਦੀ ਪੁਸ਼ਾਕ ਪਾਈ, ਬੜੀ ਸੁੰਦਰ ਬਰੀਕ ਧਾਗੇ ਦੀ ਬੁਣੀ ਹੋਈ। ਸ਼ਸਤਰ ਜਥੋਚਿਤ ਧਾਰਨ ਕੀਨੇ, ਮਹਾਰਾਜ ਜੀ ਨੇ ਜਥੋਚਿਤ ਸ਼ਸਤਰ ਧਾਰਨ ਕੀਤੇ। ਹਲ ਮੰਜੀ ਕੇ ਪੁਨ ਚੱਲ ਗਏ, ਪਾਤਸ਼ਾਹ ਫਿਰ ਜਿੱਥੇ ਮੰਜੀ ਸਥਾਪਿਤ ਕਰਨੀ ਬਾਬਾ ਬੁੱਢਾ ਸਾਹਿਬ ਦੀ, ਉੱਥੇ ਆਏ। ਪੁੰਨ ਥਾਨ ਇਹ ਉਚਰਤ ਭਏ, ਮਹਾਰਾਜ ਜੀ ਕਹਿੰਦੇ ਮਹਾਨ ਪਵਿੱਤਰ ਥਾਂ ਹੈ ਗੁਰੂ ਕੇ ਸਿੱਖੋ, ਜਿੱਥੇ ਪੂਰਨ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਬਹਿ ਕੇ ਭਜਨ ਕਰਦੇ ਰਹੇ ਹੈ। ਇਹ ਮਹਾਨ ਪੁੰਨ ਪਵਿੱਤਰ ਸਥਾਨ ਹੈ। ਜੋ ਨਰ ਦਰਸ਼ਨ ਕੇ ਹਿਤ ਆਵੈ, ਜਿਹੜਾ ਕੋਈ ਮਾਈ ਭਾਈ ਇਸ ਸਥਾਨ ਤੇ ਦਰਸ਼ਨਾਂ ਨੂੰ ਆਵੇਗਾ। ਪਾਤਸ਼ਾਹ ਬਖਸ਼ਿਸ਼ ਕਰ ਰਹੇ ਛੇਵੇਂ ਪਾਤਸ਼ਾਹ, ਜਿਹੜਾ ਕੋਈ ਮਾਈ ਭਾਈ ਇਸ ਸਥਾਨ ਤੇ ਹਾਜ਼ਰੀ ਭਰੇਗਾ, ਬਾਬਾ ਬੁੱਢਾ ਸਾਹਿਬ ਜੀ ਦੇ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰੇਗਾ। ਕਿਉਂ ਨਾ ਕਾਮਨਾ ਮਨ ਕੀ ਪਾਵੈ, ਉਹਨਾਂ ਦੀਆਂ ਕਿਉਂ ਨਾ ਕਾਮਨਾਵਾਂ ਪੂਰੀਆਂ ਹੋਣਗੀਆਂ, ਯਾਨੀ ਕਿ ਉਹਨਾਂ ਦੀਆਂ ਇੱਛਾਵਾਂ ਪੂਰੀਆਂ ਹੋਣਗੀਆਂ ਹੀ ਹੋਣਗੀਆਂ। ਸਮਾ ਪਾਏ ਮੇਲਾ ਲੱਗ ਜਾਏ, ਪਾਤਸ਼ਾਹ ਕਹਿੰਦੇ ਸਮਾਂ ਪਾ ਕੇ ਇੱਥੇ ਪੈਰ ਧਰਨ ਨੂੰ ਥਾਂ ਨਹੀਂ ਹੋਵੇਗੀ, ਏਡੇ ਵੱਡੇ ਮੇਲੇ ਹੋਣਗੇ। ਹੁਣ ਉੱਥੇ ਜੋੜ ਮੇਲੇ ਹੁੰਦੇ ਬਾਬਾ ਜੀ ਦੇ, ਖਾਲਸਾ ਜੀ ਬਹੁਤ ਵੱਡੇ ਜੋੜ ਮੇਲੇ ਹੁੰਦੇ ਬਾਬਾ ਬੁੱਢਾ ਸਾਹਿਬ ਜੀ ਦੇ ਇਸ ਪਵਿੱਤਰ ਸਥਾਨ ਤੇ। ਹਾਂਜੀ, ਖਸ਼ਟ ਕੋਸ ਗੁਰਪੁਰ ਤੇ ਐ, ਇਹ ਗੁਰੂ ਨਗਰੀ ਤੋਂ ਤਕਰੀਬਨ 6 ਕੋਹ ਦੀ ਵਾਟ ਤੇ ਹੈ। ਆਰੂੜ ਪਇਓ ਤਬ ਪ੍ਰੇਰਾ, ਮਹਾਰਾਜ ਜੀ ਘੋੜੇ ਤੇ ਸਵਾਰ ਹੋਏ ਤੇ ਚੱਲ ਪਏ। ਖੇਰਤ ਖੇਲ ਅਖੇਰ ਕਨੇਰਾ, ਰਸਤੇ 'ਚ ਸ਼ਿਕਾਰ ਖੇਡਦਿਆਂ ਗਰੀਬ ਨਵਾਜ ਜੀਵਾਂ ਦਾ ਉਧਾਰ ਕਰਦਿਆਂ ਜਾ ਰਹੇ ਨੇ। ਸੁਧਾ ਸਰੋਵਰ ਕੋ ਚਲ ਆਏ, ਚੱਲ ਕੇ ਅੰਮ੍ਰਿਤਸਰ ਸਰੋਵਰ ਪਹੁੰਚੇ। ਸੰਗ ਸਰਬ ਹੀ ਭਟ ਸਮੁਦਾਏ, ਨਾਲ ਸਾਰੇ ਸੂਰਮੇ ਯੋਧੇ ਵੀ ਪਹੁੰਚ ਗਏ। ਤਖਤੇ ਅਕਾਲ ਸੁ ਲੱਗਿਓ ਦੀਵਾਨ, ਸ੍ਰੀ ਅਕਾਲ ਤਖਤ ਸਾਹਿਬ ਤੇ ਆਣ ਕੇ ਸਤਿਗੁਰਾਂ ਨੇ ਦੀਵਾਨ ਸਜਾਇਆ। ਦੇਖ ਉੱਠੇ ਸਭ ਹਿਤ ਸਨਮਾਨ, ਜਿੰਨੀ ਸੰਗਤ ਬੈਠੀ ਸੀ ਅਕਾਲ ਤਖਤ ਸਾਹਿਬ, ਮਹਾਰਾਜ ਜੀ ਨੂੰ ਵੇਖ ਕੇ ਸਭ ਉੱਠ ਖਲੋਤੇ ਆਦਰ ਲਈ। ਬੰਦਨ ਕਰ ਬੈਠੇ ਤੇ ਸਮੈ, ਮਹਾਰਾਜ ਜੀ ਦੇ ਚਰਨਾਂ ਤੇ ਸਭ ਨੇ ਬੰਦਨਾ ਕੀਤੀ, ਨਮਸਕਾਰ ਕੀਤੀ। ਸੋਦਰ ਪਟ ਸਗਰੇ ਤਬ ਨਿਮੈ, ਛੇਵੇਂ ਪਾਤਸ਼ਾਹ ਜੀ ਨੇ ਅਕਾਲ ਤਖਤ ਸਾਹਿਬ ਤੇ ਮੱਥਾ ਟੇਕ ਕੇ ਫਿਰ ਆ ਕੇ ਤਖਤ ਤੇ ਸਜੇ। ਸੋਦਰ ਦਾ ਸਮਾਂ ਸੀ, ਸੋਦਰ ਦਾ ਪਾਠ ਹੋਇਆ। ਸ਼੍ਰੀ ਗੁਰ ਉਠ ਹਰ ਮੰਦਰ ਗਏ, ਸੋਦਰ ਦੇ ਪਾਠ ਤੋਂ ਬਾਅਦ ਸੀਸ ਝੁਕਾ ਕੇ ਨਮਸਕਾਰ ਕੀਤੀ ਤੇ ਪਾਤਸ਼ਾਹ ਸ੍ਰੀ ਹਰਿਮੰਦਰ ਸਾਹਿਬ ਆਏ। ਕਰੀ ਪ੍ਰਦਕਸ਼ਨਾ ਬੰਦਤ ਭਏ, ਸੱਚਖੰਡ ਹਰਿਮੰਦਰ ਸਾਹਿਬ ਨਮਸਕਾਰ ਕੀਤੀ, ਪਰਿਕਰਮਾ ਕੀਤੀ। ਪੁਨ ਨਿਜ ਮੰਦਰ ਗਏ ਗੁਸਾਈ, ਜਗਤ ਗੁਸਾਈ ਮਹਾਰਾਜ ਜੀ ਫਿਰ ਆਪਣੇ ਮਹਿਲਾਂ 'ਚ, ਗੁਰੂ ਕੇ ਮਹਿਲਾਂ 'ਚ ਆਏ। ਸੁਪਤ ਜਥਾ ਸੁਖ ਰਾਤ ਬਿਤਾਈ, ਰਾਤ ਪੈ ਚੁੱਕੀ ਸੀ, ਗੁਰਦੇਵ ਜੀ ਬਿਰਾਜਮਾਨ ਹੋਏ। ਭਈ
ਪ੍ਰਭਾਤ ਕੀਨ ਤਨ ਮੱਜਨ। ਅਗਲਾ ਦਿਨ ਚੜਿਆ, ਅੰਮ੍ਰਿਤ ਵੇਲਾ ਹੋਇਆ, ਮਹਾਰਾਜ ਜੀ ਨੇ ਇਸ਼ਨਾਨ ਪਾਨ ਕੀਤਾ। ਬੈਠੇ ਗੁਰ ਚਹੁ ਦਿਸ਼ ਮਿਲ ਸਵੱਜਨ। ਮਹਾਰਾਜ ਜੀ ਦੇ ਸਵੱਜਨ ਗੁਰਸਿੱਖ ਪਾਤਸ਼ਾਹ ਦੇ ਚੌਂ ਪਾਸੇ ਇਕੱਤਰ ਹੋ ਕੇ ਬੈਠੇ, ਮਹਾਰਾਜ ਜੀ ਨਾਲ ਭਜਨ ਵਿਲਾਸ ਹੋ ਰਹੇ। ਪਾਤਸ਼ਾਹ ਜੀ ਮਹਾਰਾਜ ਜੀ ਗਰੀਬ ਨਵਾਜ ਬੇਅੰਤ ਸੇਵਕਾਂ ਸਿੱਖਾਂ ਦਾ ਉਧਾਰ ਕਰ ਰਹੇ ਨੇ, ਬੇਅੰਤ ਜੀਵਾਂ ਦੀ ਕਲਿਆਣ ਕਰ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਵਿੱਚ ਪ੍ਰਸੰਗਾਂ 'ਚ ਸਰਵਣ ਕਰੋਗੇ। ਗਰੀਬ ਨਵਾਜ ਸਾਹਿਬ ਜੀ ਦਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 हे अच्युत हे पार ब्रह्म अविनाशी अघनास। हे पूरन हे सर्वमय दुख भंजन गुणतास। हे संगी हे निरंकार हे निर्गुण सब टेक। हे गोविंद हे गुण निधान जाके सदा विवेक। हे अपरंपर हर हरे कह पी होवन हार। हे संतः कै सदा संग निधारा आधार। हे ठाकुर हो दासरो निर्गुण गुण नहीं कोए। नानक दीजै नाम दान राखो ही है परो। आए प्रभ शरणागति कृपा निध दयाल। एक अखर हर मन बस्त नानक होत निहाल। वाहिगुरु नाम जहाज है चढ़े सोयो तरे पार। जो शरदा कर सेवंदे गुर पार उतारन हार। वाहिगुरु नाम जहाज है चढ़े सोयो तरे पार। जो शरदा कर सेवंदे गुर पार उतारन हार। वाहिगुरु जी का खालसा वाहिगुरु जी की फतेह। राम कली महला तीजा। आनंद एको ओंकार सतगुर प्रसाद आनंद भया मेरी माए। सतगुरु मैं पाया सतगुर ता पाया सहज सेती मन वजिया वाधाया। राग रतन परवार परियां शब्द गावण आईयां। शब्दो तगावो हरि केरा मन जिनी वसाया। कह नानक आनंद होआ सतगुरु मैं पाया। हे मन मेरे आ तू सदा रहो हर नाले। हर नाल रहो तू मन मेरे दुख सब विसारना। अंगीकारो करे तेरा कारज सब सवारना। सबना गलां समरथ सुआमी सो क्यों मनो विसारे। कहे नानक मन मेरे सदा रहो हर नाले। साचे साहिबा क्या नहीं करते रे। करता तेरा सब किछ है जिस देह सो पावे। सदा सिफत सलाह तेरी नाम मन वसावे। नाम जिनके मन वसया वाजे शब्द कनेरे। कह नानक सच्चे साहिब क्या नहीं करते रे। साचा नाम मेरा आधारो। साच नाम आधार मेरा जिन भुखा सब गवाइया। कर शांत सुख मन आए
ਬਸਿਆ ਜਨੇਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ। ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ। ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਬਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੁਰੇ ਸਲੋਕ। ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ। ਦਿਵਸ ਰਾਤ ਦੋਇ ਦਾਈ ਦਾਇਆ ਖੇਲੈ ਸਗਲ ਜਗਤ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜੀਨੀ ਨਾਮ ਤੇ ਆਇਆ ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿਲੇ ਨਾਮ ਤੇ ਆਇਆ ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ ਅਰਦਾਸ ਜਿਉ ਪਿੰਡ ਸਭ। ਤੁਮ ਮਾਤਾ ਪਿਤਾ ਹਮ ਬਾਰਿਕ ਤੇਰੇ। ਤੁਮਰੀ ਕਿਰਪਾ ਮਹਿ ਕੋਇ ਨ ਜਾਣੈ। ਤੁਮਰਾ ਅੰਤ ਉਚੇ ਤੇਊ। ਸਗਲ ਸਮਗਰੀ ਤੁਮਰੇ ਸੂਤਰ ਧਾਰੀ। ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮ ਹੀ ਜਾਨੀ। ਨਾਨਕ ਦਾਸ ਬੋਲੋ ਜੀ ਵਾਹਿਗੁਰੂ ਇੱਕ ਓੰਕਾਰ। ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਜੀ ਸਹਾਇ ਵਾਰ। ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲੈਨ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨਾਉ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ